ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬਤ ਦਾ ਭਲਾ। ਸਤਿ ਸ੍ਰੀ ਅਕਾਲ ਜੀ। ਤੇ ਆਪਾਂ ਜਿਹੜਾ ਹਾਰਮੋਨਸ ਦੀ ਗੱਲ ਅੱਜ ਕਰਨੀ ਹੈ, ਪਹਿਲੀ ਗੱਲ ਤਾਂ ਹਾਰਮੋਨਸ ਹੁੰਦੇ ਕੀ ਨੇ ਇਹਦੀ ਗੱਲ ਕਰ ਲਈਏ। ਹਾਰਮੋਨ ਜਿਹੜੇ ਨੇ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਸਾਡਾ ਸਰੀਰ ਜਿਹੜਾ ਉਹ 1 ਕਰੋੜ ਸੈੱਲਾਂ ਦਾ ਬਣਿਆ ਹੋਇਆ। 1 ਕਰੋੜ ਜਿਹੜੀ ਇੱਕ ਨਾਲ 14 ਜ਼ੀਰੋਆਂ ਲਾ ਦਈਏ ਤਾਂ 19 ਸੈੱਲ ਔਸਤਨ। ਵੱਡਾ ਛੋਟਾ ਬੰਦਾ ਹੁੰਦਾ, ਥੋੜੇ ਬਹੁਤੇ ਘੱਟ ਵੱਧ ਹੋ ਸਕਦੇ। ਇਹ ਜਿਹੜਾ 1 ਕਰੋੜ ਸੈੱਲਾਂ ਦਾ ਬਣਿਆ ਹੋਇਆ ਹੈ। ਉਹ 1 ਕਰੋੜ ਸੈੱਲ ਜਿਹੜੇ ਨੇ, ਇੱਕ ਕੱਲਾ ਸੈੱਲ ਜਿਹੜਾ ਉਹ ਹਜ਼ਾਰਾਂ ਐਕਟੀਵਿਟੀਜ਼ ਕਰ ਰਿਹਾ, ਹਜ਼ਾਰਾਂ ਐਕਟੀਵਿਟੀ ਕਰਦਾ ਹੋਇਆ 1 ਕਰੋੜ ਸੈੱਲ ਆਪਸ ਚ ਤਾਲਮੇਲ ਚ ਹੈ। ਉਹ ਸਾਡਾ ਸਰੀਰ ਹੈ। ਸਰੀਰ ਦੀ ਜਿਹੜੀ ਆਪਾਂ ਅਕਸਰ ਕਹਿੰਦੇ ਕਿ ਕੁਦਰਤ ਦਾ ਕ੍ਰਿਸ਼ਮਾ ਹੈ। ਸਾਡਾ ਜਿਹੜਾ ਸਰੀਰ ਹੈ ਕੁਦਰਤ ਦਾ ਕ੍ਰਿਸ਼ਮਾ ਹੈ ਕਿ 1 ਕਰੋੜ ਸੈੱਲ ਸਾਡੇ, ਕੱਲਾ ਸੈੱਲ ਹਜ਼ਾਰਾਂ ਕੰਮ ਕਰ ਰਿਹਾ ਹੈ। ਕੱਲਾ ਕੰਮ ਹਜ਼ਾਰਾਂ ਸੈੱਲ ਕੰਮ ਕਰਦਾ ਹੋਇਆ 1 ਕਰੋੜ ਸੈੱਲ ਆਪਸ ਚ ਤਾਲਮੇਲ ਚ ਹੈ। ਜੇਕਰ ਆਪਸ ਚ ਉਹਦਾ ਤਾਲਮੇਲ ਕਮਜ਼ੋਰ ਪੈ ਜੇ, ਢਿੱਲਾ ਪੈ ਜੇ ਤਾਂ ਬਿਮਾਰ ਹੋ ਜਾਂਦੇ ਆ। ਜੇ ਬਹੁਤ ਜ਼ਿਆਦਾ ਢਿੱਲਾ ਪੈ ਜੇ ਤਾਂ ਮਰ ਜਾਂਦੇ ਆ। ਉਹਦਾ ਤਾਲਮੇਲ ਬਹੁਤ ਜ਼ਰੂਰੀ ਹੁੰਦਾ। ਉਹ ਤਾਲਮੇਲ ਤੋਂ ਬਿਨਾਂ ਨਹੀਂ ਗੱਲ ਬਣਦੀ। ਉਹ ਤਾਲਮੇਲ ਕੱਲਾ 1 ਕਰੋੜ ਸੈੱਲਾਂ ਦਾ ਆਪਸ ਚ ਨਹੀਂ ਹੈ। ਉਹਦੇ ਅੰਦਰ 10 ਕਰੋੜ ਜੀਵਾਣੂ ਜਿਹੜੇ ਕੀਟਾਣੂ ਰਹਿੰਦੇ, ਸਾਡੇ ਅੰਦਰ ਬੈਕਟੀਰੀਆ ਰਹਿੰਦੇ ਆ 10 ਕਰੋੜ, ਉਹਨਾਂ ਨਾਲ ਵੀ ਉਹਨਾਂ ਦਾ ਤਾਲਮੇਲ ਹੈ। ਸੋ 11 ਕਰੋੜ ਹੋ ਗਏ। 11 ਕਰੋੜ ਉਹਦੇ ਅੰਦਰ 100 ਕਰੋੜ ਵਾਇਰਸ ਵੀ ਹੈ ਨਾਲ। ਇਹ ਸਾਰਾ ਜਿਹੜਾ ਤਾਲਮੇਲ ਹੈ ਇਹ ਕੌਣ ਕਰਦਾ? ਇਹਦੇ ਥਰੂ ਹੁੰਦਾ, ਉਹ ਹਾਰਮੋਨਸ ਦੇ ਥਰੂ ਹੁੰਦਾ। ਹਾਰਮੋਨਸ ਉਹ ਰਸ ਨੇ ਜਿਹੜੀਆਂ ਰਸ ਪੈਦਾ ਕਰਨ ਵਾਲੀਆਂ ਗ੍ਰੰਥੀਆਂ ਨੇ, ਉਹ ਸਿੱਧਾ ਖੂਨ ਚ ਛਿੜਦੀਆਂ ਨੇ। ਉਹ ਆਪਣਾ ਰਸ ਖੂਨ ਚ ਛਿੜ ਦਿੰਦੀਆਂ ਨੇ। ਜਿੱਥੇ ਜਿਹੜੇ ਸੈੱਲ ਨੂੰ ਚਾਹੀਦਾ ਹੁੰਦਾ, ਉਹ ਸੈੱਲ ਉਹਦਾ ਮੈਸੇਜ ਰਿਸੀਵ ਕਰ ਲੈਂਦਾ। ਕੁਦਰਤ ਦਾ ਇੱਕ ਬਹੁਤ ਹੀ ਸੁੰਦਰ ਮੈਸੇਜ ਸਿਸਟਮ ਹੈ ਕਿ ਉਹ ਖੂਨ ਦੇ ਅੰਦਰ ਉਹ ਸਾਰੇ ਰਸ ਫਿਰ ਰਹੇ ਆ। ਜਿਹੜੇ ਸੈੱਲ ਨੂੰ ਜਿੱਦਾਂ ਦਾ ਮੈਸੇਜ ਭੇਜਿਆ ਹੁੰਦਾ ਉਹਨੂੰ ਮਿਲ ਜਾਂਦਾ ਤੇ ਉਦਾਂ ਦੇ ਕੰਮ ਕਰਦਾ ਰਹਿੰਦਾ ਉਹਦੇ ਹਿਸਾਬ ਨਾਲ। ਮਤਲਬ ਸਾਇੰਸ ਨੇ ਜੋ ਕੁਝ ਹੁਣ ਤੱਕ ਸਮਝਿਆ ਸਰੀਰ ਦੇ ਕੰਮ ਕਰਦਾ, ਮੈਨੂੰ ਲੱਗਦਾ 1-2% ਵੀ ਮਸਲਾ ਨਹੀਂ ਹੈਗਾ। 98% ਅੱਜ ਵੀ ਸਾਇੰਸ ਨੂੰ ਅਨਨੋਨ ਹੈ ਕਿ ਕਿੱਦਾਂ ਕੁਦਰਤ ਦਾ ਕ੍ਰਿਸ਼ਮਾ ਚੱਲ ਰਿਹਾ ਹੈ। 98% ਅੱਜ ਵੀ ਉਹ ਅਨਨੋਨ ਹੈ। ਲੇਕਿਨ ਚਲੋ ਮੋਟਾ ਜਿੰਨਾ ਸਮਝ ਹੈ ਉਹਦੇ ਆਧਾਰ ਤੇ ਆਪਾਂ ਜਿਹੜੀ ਗੱਲ ਕਰਨੀ ਹੈ ਕਿ ਵਿਗਿਆਨ ਨੂੰ ਜਿੰਨੀ ਸਮਝ ਆਈ ਹੈ ਉਹ ਹੈਗੀ ਹੈ ਕਿ ਇਹ ਜਿਹੜੇ ਰਸ ਨੇ ਇਹ ਬਹੁਤ ਥੋੜੀ ਮਾਤਰਾ ਚ ਹੁੰਦੇ ਆ, ਬਹੁਤ ਥੋੜੀ ਮਾਤਰਾ ਚ, ਲੇਕਿਨ ਇੰਨੇ ਸਟਰੋਂਗ ਹੁੰਦੇ ਆ। ਸਟਰੋਂਗ ਇਨ ਦਾ ਸੈਂਸ ਕਿ ਉਹ ਮੈਸੇਜ ਆਪਣਾ ਦੇ ਦਿੰਦੇ ਆ ਜਾ ਕੇ ਸੈੱਲਾਂ ਨੂੰ। ਆਪਣਾ ਹਰ ਸੈੱਲ ਨੂੰ ਮੈਸੇਜ ਦੇ ਦਿੰਦੇ ਆ ਆਪੋ ਆਪਣੀ ਕਿਸਮ ਦਾ। ਜਿਹੜੇ ਕਿਸਮ ਦਾ ਜਿਹੜੇ ਰਸ ਦਾ ਜਿਹੜੇ ਸੈੱਲ ਨੇ ਇਸ ਮੈਸੇਜ ਲੈਣਾ ਹੁੰਦਾ ਜਾਂ ਮੈਸੇਜ ਭੇਜਣਾ ਹੁੰਦਾ, ਉਹ ਸਾਰਾ ਸਿਸਟਮ ਜਿਹੜਾ ਉਹ ਸਾਰਾ ਚੱਲਦਾ ਹੈ। ਔਰ ਕਿੰਨੇ ਹਾਰਮੋਨ ਨੇ? ਟੋਟਲ ਸਾਰੇ ਹਾਰਮੋਨ ਹੈਗੇ ਨੇ। ਪਰ ਬ੍ਰੇਨ ਦੇ ਅੰਦਰ ਹੈ ਪਿਚੂਟਰੀ ਗਲੈਂਡ ਹੈ, ਉਹ ਸਾਰਿਆਂ ਦਾ ਮਾਸਟਰ ਗਲੈਂਡ ਕਿਹਾ ਜਾਂਦਾ। ਮਾਸਟਰ ਗਲੈਂਡ। ਉਸ ਤੋਂ ਅੱਗੇ ਥੱਲੇ ਥਾਇਰਾਇਡ ਹੈ, ਗਰਦਨ ਦੇ ਵਿੱਚ ਇਹਨੂੰ ਆਪਾਂ ਆਮ ਕਹਿੰਦੇ ਆ ਥਾਇਰਾਇਡ। ਇਹ ਸਾਡੇ ਜਿਹੜੀ ਵਿੰਡ ਪਾਈਪ ਹੈ, ਸਾਹ ਦੀ ਜਿਹੜੀ ਨਾਲੀ ਆ, ਉਹਦੇ ਇੱਥੇ ਕਰਕੇ ਪਿਆ ਹੁੰਦਾ ਐਚ ਸ਼ੇਪ। ਨੀਆਂ ਦਾ ਵੱਜ ਜਾਂਦਾ, ਦਿਖਣ ਲੱਗ ਜਾਂਦਾ, ਜੋ ਦਿਖਣ ਲੱਗ ਜਾਂਦਾ। ਇਹ ਹੈ ਥਾਇਰਾਇਡ। ਫਿਰ ਹੈਗਾ ਦੋਨਾਂ ਗੁਰਦਿਆਂ ਦੇ ਉੱਪਰ 2 ਛੋਟੇ ਗਲੈਂਡ ਪਏ ਹੁੰਦੇ, ਉਹਨਾਂ ਨੂੰ ਅਡਰੀਨਲ ਗਲੈਂਡਸ ਕਹਿੰਦੇ ਆ। ਉਹਨੂੰ। ਨੰਬਰ 3 ਤੇ ਸਾਡੇ ਪੈਂਕਰੀਆਸ ਦੇ ਅੰਦਰ ਹੈਗਾ ਇਨਸੂਲਿਨ ਪੈਦਾ ਕਰਨ ਵਾਲਾ, ਜਿਹੜੇ ਪੈਂਕਰੀਆਸ ਉਹਦੇ ਉਹ ਗਲੂਕੋਸ ਵਾਸਤੇ ਹੁੰਦਾ ਜਦੋਂ ਸ਼ੂਗਰ ਹੋ ਜਾਂਦੀ ਹੈ ਨਾਲ। ਫਿਰ ਉਸ ਤੋਂ ਬਾਅਦ ਤੁਹਾਡਾ ਸੈਕਸ ਗਲੈਂਡਸ ਨੇ, ਔਰ ਨਿੱਕੇ ਹੋਰ ਇਦਾਂ ਦੇ ਕਈ ਸਾਰੇ ਸਿਸਟਮ ਨੇ ਜਿਹੜੇ ਉਹ ਰਲ ਮਿਲ ਕੇ ਸਾਰਿਆਂ ਨੂੰ ਐਂਡੋਕਰਾਈਨ ਸਿਸਟਮ ਕਹਿੰਦੇ। ਐਂਡੋਕਰਾਈਨ ਦਾ ਮਤਲਬ ਹੈ, ਐਂਡੋ ਦਾ ਮਤਲਬ ਉਹ ਸਾਰੇ ਸਿੱਧੇ ਕਿਤੇ ਨਾ ਕਿਤੇ ਉਹ ਕੋਈ ਨਾਲੀ ਉਹਨਾਂ ਦਾ ਰਸ ਲੈ ਕੇ ਕਿਤੇ ਨਹੀਂ ਜਾਂਦੀ, ਕੋਈ ਨਾਲੀ ਨੂਲੀ ਹੈ ਨਹੀਂ ਉਹਨਾਂ ਚ। ਜਦੋਂ ਜੋ ਖੂਨ ਲੰਘ ਰਿਹਾ ਹੁੰਦਾ ਉਹ ਖੂਨ ਚ ਆਪਣੇ ਰਸ ਪਾ ਦਿੰਦੇ ਆ।
नाली कोई नहीं लग जाती ਹੁਣ एंडोक्राइन ने ਉਹ ਰਸ ਇਦਾਂ ਦੇ ਨੇ ਸੋ ਇਹਨੂੰ ਹਾਰਮੋਨ ਕਹਿੰਦੇ ਆਪਾਂ ਜਿਹੜੇ ਇਹ 4-5 ਹਾਰਮੋਨ ਤੱਕ ਸੀਮਿਤ ਰੱਖਾਂਗੇ ਆਪਣੇ ਆਪ ਨੂੰ ਕਿਉਂਕਿ ਜ਼ਿਆਦਾ ਤਬਾਹੀ ਜਿਹੜੀ ਹੈ ਮਚ ਰਹੀ ਹੈ ਉਹ ਇਹਦੇ ਵਿੱਚ ਹੈ। ਸੋ ਜਿਹੜਾ ਤਾਲਮੇਲ ਬਣਦਾ ਹੈ ਇਹ ਸਾਰਾ ਕੁਝ ਜੋ ਕੁਝ ਜਿੱਦਾਂ ਸਰੀਰ ਕੰਮ ਕਰ ਰਿਹਾ ਉਹਦਾ ਇੱਕ ਲਫ਼ਜ਼ ਹੁੰਦਾ ਮੈਟਾਬੋਲਿਜ਼ਮ, ਅੰਗਰੇਜ਼ੀ ਮੈਡੀਕਲ ਸ਼ਬਦਾਵਲੀ ਚ ਵਰਡ ਹੈ ਮੈਟਾਬੋਲਿਜ਼ਮ। ਮੈਟਾਬੋਲਿਜ਼ਮ ਮਤਲਬ ਕਿ ਜੋ ਸਰੀਰ ਦੇ ਅੰਦਰ ਕੈਮੀਕਲ ਗਤੀਵਿਧੀਆਂ ਹੋ ਰਹੀਆਂ ਨੇ ਜਿਹਦੇ ਸਿਰ ਤੇ ਸਰੀਰ ਚੱਲ ਰਿਹਾ ਸਾਰੇ ਨੂੰ ਰਲਾ ਕੇ ਸਾਂਝਾ ਨਾਂ ਦੇ ਦਿੱਤਾ ਸਾਇੰਸ ਨੇ ਮੈਟਾਬੋਲਿਜ਼ਮ, ਯਾਨੀ ਕਿ ਕੰਮ ਕਰ ਰਿਹਾ, ਫੰਕਸ਼ਨਿੰਗ ਹੈ, ਜਿਉਂਦਾ ਜਾਗਦਾ ਸਰੀਰ ਕੰਮ ਕਰ ਰਿਹਾ ਉਹਨੂੰ ਮੈਟਾਬੋਲਿਜ਼ਮ ਕਹਿੰਦੇ। ਮੈਟਾਬੋਲਿਜ਼ਮ ਚ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਸਰੀਰ ਜਿਹੜਾ ਸਾਰੇ ਕੰਮ ਕਰਦਾ ਉਹਦਾ ਸਾਂਝਾ ਨਾਂ ਹੈ ਮੈਟਾਬੋਲਿਜ਼ਮ। ਤੇ ਜਦੋਂ ਮੈਟਾਬੋਲਿਜ਼ਮ ਜਿਹੜਾ ਉਹ ਕਮਜ਼ੋਰ ਪੈ ਜਾਂਦਾ ਹੈ, ਢਿੱਲੜ ਪੈ ਜਾਂਦਾ ਹੈ, ਸੁਸਤ ਹੋ ਜਾਂਦਾ ਹੈ, ਉਹਦੇ ਅੰਦਰ ਕੋਈ ਨੁਕਸ ਪੈ ਜਾਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਸ਼ਕਲ 'ਚ ਬੋਡੀ 'ਚ ਐਕਸਪ੍ਰੈਸ ਕਰਦਾ ਹੈ। ਉਹਦੇ ਅੰਦਰ ਐਕਸਪ੍ਰੈਸ ਕਰਨ ਦੇ ਵਿੱਚ ਉਹ ਅੱਡ ਉਹਦੇ ਅਲਾਮਤਾਂ ਹੋ ਸਕਦੀਆਂ ਨੇ। ਉਸੇ ਦੀ ਅਲਾਮਤ ਹੋ ਸਕਦੀ ਹੈ ਥਾਇਰਾਇਡ ਘਟ ਗਿਆ ਜਾਂ ਵੱਧ ਗਿਆ, ਉਸੇ ਦੀ ਅਲਾਮਤ ਹੋ ਸਕਦੀ ਹੈ ਐਡਰੀਨਲ ਗਲੈਂਡ ਦੀ ਜਿਹੜੇ ਰਸ ਨੇ ਉਹ ਘੱਟ ਨੇ, ਉਹਦੇ ਹੋ ਸਕਦਾ ਕਿ ਸ਼ੂਗਰ ਜਿਹੜੀ ਆ ਇਨਸੂਲਿਨ ਬਣ ਨਹੀਂ ਰਹੀ ਪੂਰੀ, ਉਹਦਾ ਹੋ ਸਕਦਾ ਜਿਹੜੇ ਮੇਲ ਹਾਰਮੋਨ ਨੇ, ਹੁਣ ਮੇਲ ਹਾਰਮੋਨ ਹੁੰਦੇ ਅਲੱਗ ਤੇ ਫੀਮੇਲ ਹਾਰਮੋਨ ਅਲੱਗ ਹੁੰਦੇ ਆ, ਔਰਤਾਂ ਦੇ ਹਾਰਮੋਨ ਅਲੱਗ ਹੁੰਦੇ ਆ, ਬੰਦਿਆਂ ਦੇ ਹਾਰਮੋਨ ਅਲੱਗ ਹੁੰਦੇ ਆ, ਲੇਕਿਨ ਹਰ ਬੰਦੇ ਤੇ ਹਰ ਔਰਤ 'ਚ ਦੋਨੋਂ ਹਾਰਮੋਨ ਹੁੰਦੇ ਆ। ਔਰਤਾਂ ਦੇ ਅੰਦਰ ਮਰਦਾਂ ਵਾਲੇ ਹਾਰਮੋਨ ਵੀ ਹੁੰਦੇ ਆ ਤੇ ਮਰਦਾਂ ਦੇ ਵਿੱਚ ਔਰਤਾਂ ਵਾਲੇ ਹਾਰਮੋਨ ਵੀ ਹੁੰਦੇ ਆ। ਫਰਕ ਕੀ ਹੁੰਦਾ ਕਿ ਮਰਦਾਂ 'ਚ ਮਰਦਾਂ ਵਾਲੇ ਹਾਰਮੋਨ ਜ਼ਿਆਦਾ ਹੁੰਦੇ ਆ, ਔਰਤਾਂ ਵਾਲੇ ਘੱਟ ਹੁੰਦੇ ਆ, ਲੇਕਿਨ ਔਰਤ ਦੇ ਵਿੱਚ ਔਰਤਾਂ ਵਾਲੇ ਹਾਰਮੋਨ ਜ਼ਿਆਦਾ ਹੁੰਦੇ ਆ ਤੇ ਮਰਦਾਂ ਵਾਲੇ ਘੱਟ ਹੁੰਦੇ ਆ। ਤੇ ਜੇ ਮਾੜਾ ਜਿਹਾ ਵੀ ਬੈਲੈਂਸ ਵਿਗੜ ਜਾਵੇ ਤਾਂ ਤਬਾਹੀ ਮਚ ਜਾਂਦੀ ਹੈ, ਤਬਾਹੀ ਮਚ ਜਾਂਦੀ ਹੈ ਸਰੀਰ ਵਾਸਤੇ। ਵੀ ਦੇਖਿਆ ਹੁਣ ਬਜ਼ੁਰਗ ਔਰਤਾਂ ਦੀ ਪਹਿਲਾਂ ਵੀ ਦਾੜੀ ਆ ਜਾਂਦੀ ਹੁੰਦੀ ਸੀਗੀ, ਜਦੋਂ ਔਰਤ ਬਜ਼ੁਰਗ ਹੋਣ ਲੱਗਦੀ ਸੀ 70-80 ਸਾਲ ਦੇ ਤਾਂ ਦਾੜੀ ਦੇ ਵਾਲ ਆਉਣ ਲੱਗ ਜਾਂਦੇ ਸੀ ਕਈ ਔਰਤਾਂ ਦੇ। ਉਹਨੂੰ ਪੁਰਾਣੇ ਸਾਡੇ ਜ਼ਮਾਨੇ 'ਚ ਬੜਾ ਮਾੜਾ ਗਿਣਿਆ ਜਾਂਦਾ ਹੁੰਦਾ ਸੀਗਾ ਤੇ ਬੜੀ ਬਦਸ਼ਗਨੀ ਗਿਣੀ ਜਾਂਦੀ ਸੀ ਵੀ ਔਰਤ ਦੀ ਦਾੜੀ ਆ ਗਈ। ਅੱਜ ਨੌਜਵਾਨ ਬੱਚੀਆਂ ਦੇ ਵਾਲ ਆ ਰਹੇ ਫੇਸ ਦੇ ਉੱਪਰ, ਅਸਟਿਊਟਿਜ਼ਮ ਕਹਿੰਦੇ ਉਹਨੂੰ। ਉਹ ਕੀ ਹੋ ਰਿਹਾ, ਉਹਦੇ ਫੀਮੇਲ ਹਾਰਮੋਨ ਜਿਹੜੇ ਨੇ ਤੇ ਮੇਲ ਹਾਰਮੋਨ ਜਿਹੜੇ ਉਹਦੇ ਅੰਦਰ ਨੇ ਉਹਦਾ ਬੈਲੈਂਸ ਵਿਗੜ ਗਿਆ, ਸੰਤੁਲਨ ਵਿਗੜ ਗਿਆ ਕਿ ਮੇਲ ਹਾਰਮੋਨ ਜਿਹੜੇ ਸੀਗੇ ਉਹਨਾਂ ਦੇ ਅੰਦਰ ਥੋੜੇ ਜਿਹੇ ਜ਼ਿਆਦਾ ਹੋ ਗਏ ਤੇ ਫੀਮੇਲ ਥੋੜੇ ਘੱਟ ਹੋ ਗਏ। ਤਾਂ ਜਿਹੜਾ ਸੰਤੁਲਨ ਸੀ ਮੇਲ ਫੀਮੇਲ ਦਾ, ਕਿਉਂਕਿ ਇਹਨਾਂ ਦੇ ਅਸਰ ਉਲਟ ਨੇ। ਫੀਮੇਲ ਹਾਰਮੋਨ ਫੀਮੇਲ ਪ੍ਰਜਨਨ ਅੰਗਾਂ ਦੀ ਸਿਹਤ ਵਾਸਤੇ ਹੈ ਤੇ ਮੇਲ ਹਾਰਮੋਨ ਮੇਲ ਅੰਗਾਂ ਦੀ ਸਿਹਤ ਵਾਸਤੇ ਹੈ। ਇਹ ਵੀ ਬਹੁਤ ਤਬਾਹੀ ਆਪਾਂ ਬਹੁਤ ਅੱਗੇ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਪੂਰੇ ਇਸ ਸਾਡੇ ਖਿੱਤੇ ਦੇ ਅੰਦਰ ਪੰਜਾਬ, ਹਰਿਆਣਾ ਤੇ ਜਿੱਥੇ ਇੱਥੇ ਵੀ ਇਹ ਗ੍ਰੀਨ ਰੈਵੋਲੂਸ਼ਨ ਆਈ ਹੈ, ਜਿੱਥੇ ਇੱਥੇ ਵੀ ਇੰਡਸਟਰੀਅਲਾਈਜੇਸ਼ਨ ਦਾ ਸੋ ਕਾਲਡ ਜਿਹੜਾ ਸਰਮਾਏਦਾਰੀ ਦਾ ਅਸਰ ਹੋਇਆ, ਜਿਹਦੇ 'ਚ ਖਾਣਾ ਪੀਣਾ ਵਿਗੜਿਆ, ਸਾਡੀਆਂ ਆਦਤਾਂ ਵਿਗੜੀਆਂ ਨੇ, ਰਹਿਣ ਸਹਿਣ ਵਿਗੜਿਆ, ਉੱਥੇ ਹੀ ਇਹ ਵਰਤਾਰਾ ਬਹੁਤ ਭਿਅੰਕਰ ਰੂਪ 'ਚ ਆ ਰਿਹਾ, ਭਿਅੰਕਰ। ਅਸੀਂ ਅਕਸਰ ਗੱਲ ਕਰਦੇ ਹੁੰਦੇ ਕਿ ਪੰਜਾਬ ਬਹੁਤ ਤਬਾਹੀ ਦੀ ਕਗਾਰ ਤੇ ਖੜਾ ਹੈ। ਉਹਦੇ 'ਚ ਅਸੀਂ ਇੱਥੋਂ ਤੱਕ ਲਫ਼ਜ਼ ਵਰਤਿਆ ਸੀਗਾ ਖੇਤੀ ਵਿਰਾਸਤ ਮਿਸ਼ਨ ਦੇ ਪਲੇਟਫਾਰਮ ਤੋਂ, ਮੈਂ ਤੇ ਅਮਰਿੰਦਰ ਜੀ ਨੇ, ਕਿ ਪੰਜਾਬ ਇੱਕ ਮਰ ਰਹੀ ਸੱਭਿਅਤਾ, ਪੰਜਾਬ ਡਾਇੰਗ ਸਿਵਲਾਈਜੇਸ਼ਨ, ਕਿ ਇੰਨੀ ਜ਼ਿਆਦਾ ਇਹ ਵਰਤਾਰਾ ਭਿਅੰਕਰ ਹੋ ਗਿਆ ਔਰ ਇੰਨੇ ਵੱਡੇ ਪੱਧਰ ਤੇ ਹੋ ਗਿਆ ਕਿ ਸਾਡੀ ਸੱਭਿਅਤਾ ਹੀ ਖਤਰੇ 'ਚ ਹੈ। ਉਹਦੇ ਅਸੀਂ ਅਲਾਮਤਾਂ ਦਿੱਤੀਆਂ ਸੀ ਵੀ ਆਹ ਅਲਾਮਤਾਂ ਨੇ, ਉਹਨਾਂ ਅਲਾਮਤਾਂ ਦੀ ਵਿਸਥਾਰ 'ਚ ਆਪਾਂ ਗੱਲ ਅੱਜ ਨਹੀਂ ਕਰਦੇ ਕਿਉਂਕਿ ਅੱਜ ਜਨਰਲ ਗੱਲ ਕਰਨੀ ਹੈ। ਤੇ ਉਹ ਅਲਾਮਤਾਂ ਇਹੀ ਸੀਗੀਆਂ, ਉਹਦੇ ਅੰਦਰ ਹਾਰਮੋਨਸ ਤੇ ਅੱਗੇ ਪ੍ਰਜਨਨ ਅੰਗਾਂ ਦਾ ਕੰਮ ਨਾ ਕਰਨਾ ਠੀਕ ਹੈ। ਹਾਰਮੋਨ ਦੇ ਸਿਰ ਤੇ ਪ੍ਰਜਨਨ ਅੰਗ ਕੰਮ ਕਰਦੇ ਆ ਤੇ ਪ੍ਰਜਨਨ ਅੰਗ ਠੀਕ ਹੋਣਗੇ ਤਾਂ ਹੀ ਹਾਰਮੋਨ ਬਣਾਉਣਗੇ ਠੀਕ। ਤਾਂ ਦੋਨੋਂ ਪਾਸੇ ਹੀ ਹੈ। ਤੋ ਇਸ ਵੇਲੇ ਸਾਡੇ ਇਸ ਖਿੱਤੇ ਦੇ ਅੰਦਰ, ਜਿਸ ਖਿੱਤੇ 'ਚ ਗ੍ਰੀਨ ਰੈਵੋਲੂਸ਼ਨ ਇਕੱਲਾ ਇੱਥੇ ਨਹੀਂ ਹੋਇਆ, ਜਿੱਥੇ ਸਾਊਥ ਦੇ ਅੰਦਰ ਵੀ ਕੁਝ ਥਾਵਾਂ ਤੇ ਕੁਝ ਪਾਕਟਸ ਦੇ ਅੰਦਰ ਗ੍ਰੀਨ ਰੈਵੋਲੂਸ਼ਨ ਹੋਈ ਹੈ, ਗ੍ਰੀਨ ਰੈਵੋਲੂਸ਼ਨ ਵਾਲੇ ਸਾਰੇ ਉਹ ਵਰਤਾਰਾ ਹੋਇਆ, ਲੇਕਿਨ ਥੋੜੀ ਪਾਕਟਸ ਹੋਇਆ। ਸਟੇਟ ਐਜ਼ ਏ ਹੋਲ ਪੂਰੇ ਦੇ ਪੂਰੇ ਸੂਬੇ ਦੇ ਅੰਦਰ, ਪੂਰੇ ਦੇ ਬਹੁਤ ਪੰਜਾਬ ਤੇ ਹਰਿਆਣਾ ਦਾ ਵੀ ਕੁਝ ਹਿੱਸਾ ਬਚਿਆ ਹੋਇਆ ਜਿਹਨੇ, ਜਿਹੜਾ ਉੱਪਰ ਰਾਜਸਥਾਨ ਨਾਲ ਲੱਗਦਾ, ਉਹ ਵੀ ਥੋੜਾ ਜਿਹਾ ਘੱਟ ਮਾਰਚ ਆਇਆ ਹੋਇਆ। ਤਾਂ ਤੁਸੀਂ ਪਾਓਗੇ ਕਿ ਉੱਥੇ ਜਿਹੜੀਆਂ ਸਿਹਤਾਂ ਨੇ, ਉੱਥੇ ਦੇ ਡੰਗਰ ਨੇ, ਉੱਥੇ ਤੁਹਾਨੂੰ ਸਿਹਤ ਅਜੇ ਵੀ ਚਮਕਦੀ ਹੈ, ਲੇਕਿਨ ਪੰਜਾਬ ਤਾਂ ਮਤਲਬ ਬਹੁਤ ਬੁਰਾ ਹਾਲ ਹੋ ਚੁੱਕਿਆ। ਚਾਹੇ ਉਹ ਮਾਲਵਾ ਇਸ ਵੇਲੇ ਸਭ ਤੋਂ ਮਾੜੀ ਹਾਲਤ 'ਚ ਹੈ, ਉਸ ਤੋਂ ਬਾਅਦ ਦੁਆਬਾ ਤੇ ਮਾਝਾ ਵੀ ਜਿਹੜੇ ਨੇ, ਤੇ ਬਾਅਦ ਜਿਹੜੇ ਨੇ ਇਹ ਸਾਰੇ ਵੀ ਕਿਤੇ ਨਾ ਕਿਤੇ ਉਸੇ ਵਰਤਾਰੇ ਦੇ ਅੰਦਰ ਗੜ ਪਿੱਛੜ ਹੈਗੇ ਆ। ਇਹ ਵਰਤਾਰਾ ਜਿਹੜਾ ਹੈਗਾ ਗਲੈਂਡ ਦਾ। ਤਾਂ ਆਪਾਂ ਥਾਇਰਾਇਡ ਦੀ ਗੱਲ ਤੇ ਆਈਏ, ਜੇ ਥਾਇਰਾਇਡ ਨੂੰ ਵੱਧ ਹੋ ਜਾਂਦਾ, ਘੱਟ ਹੋ ਜਾਂਦਾ, ਵੱਧ ਵੀ ਹੋ ਜਾਂਦਾ, ਘੱਟ ਵੀ ਹੋ ਜਾਂਦਾ। ਘੱਟ ਵਾਲਾ ਜ਼ਿਆਦਾ ਵਰਤਾਰਾ ਕਾਮਨ ਹੈ, ਵੱਧ ਵਾਲਾ ਘੱਟ ਹੈ। 100 'ਚੋਂ ਆਪਾਂ ਲਾਈਏ
ਤਾਂ 90% ਜਾਂ 95% ਕੇਸ ਜਿਹੜੇ ਨੇ ਉਹ ਘੱਟ ਥਾਇਰਾਇਡ ਵਾਲੇ, ਯਾਨੀ ਕਿ ਥਾਇਰਾਇਡ ਪੂਰਾ ਨਹੀਂ ਕੰਮ ਕਰ ਰਿਹਾ। ਥਾਇਰਾਇਡ ਜਦੋਂ ਪੂਰਾ ਕੰਮ ਨਹੀਂ ਕਰਦਾ ਤਾਂ ਕੁਦਰਤ ਕੀ ਕਰਦੀ ਹੈ, ਪੂਰਾ ਕੰਮ ਉਹ ਆਪਣਾ ਕੋਟਾ ਪੂਰਾ ਕਰਨ ਲਈ, ਆਪਣਾ ਖਾਤਾ ਪੂਰਾ ਕਰਨ ਲਈ ਥਾਇਰਾਇਡ ਨੂੰ ਵੱਡਾ ਕਰ ਲੈਂਦੀ ਹੈ। ਥਾਇਰਾਇਡ ਨੂੰ ਵੱਡਾ ਕਰਕੇ ਉਹ ਕੰਮ ਜਿਹੜਾ ਹੈ ਉਹ ਗੁਰਦੇ ਤੇ ਦਿਖਣ ਲੱਗ ਜਾਂਦਾ ਹੈ, ਉਹਨੂੰ ਗਵਾਟਰ ਕਹਿੰਦੇ ਆ, ਗਿੱਲੜ ਵੱਡਾ ਅਸਰ ਹੋ ਜਾਂਦਾ, ਕਿ ਬਹੁਤ ਵੱਡਾ ਹੋ ਜਾਂਦਾ, ਬੜਾ ਭੈੜਾ ਲੱਗਦਾ ਫਿਰ ਗਰਦਨ ਦੇ ਉੱਪਰ। ਤੋ ਗਿੱਲੜ ਉਹ ਕੁਦਰਤ ਕਿਉਂ ਕਰਦੀ ਹੈ? ਕਿਉਂਕਿ ਉਹ ਕੰਮ ਠੀਕ ਨਹੀਂ ਕਰ ਪਾ ਰਿਹਾ, ਉਹ ਕੰਮ ਤਾਂ ਚਲਾਉਣਾ ਸਰੀਰ ਦਾ, ਕਿਉਂਕਿ ਕੁਦਰਤ ਜਿਹੜੀ ਹੁੰਦੀ ਹੈ ਉਸ ਜੀਵ ਨੂੰ, ਜਿਸ ਜੀਵ ਨੂੰ ਉਹਨੇ ਪੈਦਾ ਕੀਤਾ, ਜਿਹੜਾ ਜੀਵਾਂ ਦਾ ਬੱਚਾ ਹੈ ਕੁਦਰਤ ਦਾ, ਉਹਨੂੰ ਉਹ ਪੂਰੀ ਉਮਰ ਤੱਕ ਜਿਉਂਦਾ ਰੱਖਣ ਲਈ ਪੂਰਾ ਯਤਨ ਲਾਉਂਦੀ ਹੈ, ਢਿੱਲ ਲਾ ਦਿੰਦੀ ਹੈ। ਇਹ ਗੱਲ ਯਾਦ ਰੱਖਣੀ ਹੈ, ਬਾਰ-ਬਾਰ ਰਿਪੀਟ ਕਰਦਾ, ਇਹ ਗੱਲ ਯਾਦ ਰੱਖਣੀ ਹੈ। ਕੁਦਰਤ ਸਾਨੂੰ ਪੂਰੀ ਉਮਰ ਭੋਗਣ ਲਈ ਆਪਣਾ ਢਿੱਲ ਲਾਉਂਦੀ ਹੈ। ਅਸੀਂ ਹਾਂ ਬੇਵਕੂਫ ਹੁੰਦੇ ਆ, ਕਦੇ ਵੱਲ ਪਿੱਠ ਕਰਕੇ ਖੜੇ ਰਹਿੰਦੇ ਹਾਂ। ਕੁਦਰਤ ਕੋਈ ਕਸਰ ਨਹੀਂ ਛੱਡਦੀ, ਕੁਦਰਤ ਹਰ ਤਰੀਕੇ ਨਾਲ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਥਾਇਰਾਇਡ ਘੱਟ ਬਣਦਾ ਹੈ, ਥਾਇਰਾਇਡ ਦਾ ਜਿਹੜਾ ਰਸ ਹੈ ਉਹ ਘੱਟ ਬਣ ਰਿਹਾ ਹੈ, ਤਾਂ ਉਹਨੂੰ ਪਤਾ ਹੈ ਥਾਇਰਾਇਡ ਦੇ ਰਸ ਬਣਾ ਕਰਨਾ ਨਹੀਂ ਹੈ, ਤਾਂ ਕੁਦਰਤ ਉਹ ਥਾਇਰਾਇਡ ਗਲੈਂਡ ਨੂੰ ਵੱਡਾ ਕਰੀ ਜਾਂਦੀ ਹੈ, ਜਿੰਨੀ ਲੋੜ ਦੀ ਉਸ ਹਿਸਾਬ ਨਾਲ ਵੱਡਾ ਕਰੀ ਜਾਂਦੀ ਹੈ, ਔਰ ਵੱਡਾ ਕਰਕੇ ਫਿਰ ਉਹ ਆਪਣਾ ਕੰਮ ਸਾਰਦੀ ਹੈ। ਤਾਂ ਥਾਇਰਾਇਡ ਘੱਟ ਜਦੋਂ ਹੁੰਦਾ, ਉਹਦੀਆਂ ਅਲਾਮਤਾਂ ਆਪਾਂ ਨੂੰ ਅੱਜ ਹੁਣ ਪਤਾ ਕਿ ਉਹ ਥਾਇਰਾਇਡ ਦੀ ਹਨੇਰੀ ਆਈ ਪਈ ਹੈ। ਚਾਰ ਫਿਰ ਥਾਇਰਾਇਡ ਹਰ ਘਰ ਥਾਇਰਾਇਡ ਹੈ ਜਾਂ ਨਹੀਂ ਘਰ 'ਚ ਹੈਗਾ, ਤਾਂ ਤੁਹਾਡੇ ਦੋਸਤ ਮਿੱਤਰ 'ਚ ਹੋਊਗਾ, ਦੋਸਤ ਮਿੱਤਰ 'ਚ ਹੈਗਾ, ਪੜੋਸੀ ਨੂੰ ਹੋਊਗਾ। ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖ ਲਓ, ਤੇ ਦੇਖੀ ਹੋਣੀ ਤੁਸੀਂ। ਥਾਇਰਾਇਡ ਆਮ ਜਾਂ ਨਾ ਹੋ ਗਿਆ, ਥਾਇਰਾਇਡ ਕਿਹੜਾ ਜਾਣਦਾ ਸੀ ਥਾਇਰਾਇਡ ਨੂੰ? ਅੱਜ ਤੋਂ 40-50 ਸਾਲ ਪਹਿਲਾਂ ਜਿਹਨੂੰ ਹੁੰਦਾ ਸੀ ਉਹੀ ਜਾਣਦਾ ਸੀ। ਜਾਂ ਗਿੱਲੜ, ਸਭ ਮਾਲਿਆਂ ਦੇ ਗਿੱਲੜ ਹੁੰਦਾ ਸੀਗਾ, ਲੇਕਿਨ ਫਿਰ ਵੀ ਥਾਇਰਾਇਡ ਫੰਕਸ਼ਨ ਨਹੀਂ ਸੀ ਡਿਸਟਰਬ ਹੁੰਦੇ, ਕੁਦਰਤ ਨੂੰ ਵੱਡਾ ਕਰਕੇ ਆਪਣਾ ਕੰਮ ਚਲਾ ਲੈਂਦੀ ਸੀ। ਤੇ ਅੱਜ ਕੀ ਹੋ ਰਿਹਾ ਕਿ ਥਾਇਰਾਇਡ ਦੇ ਫੰਕਸ਼ਨ ਡਿਸਟਰਬ ਹੋ ਰਹੇ ਆ, ਔਰ ਥਾਇਰਾਇਡ ਦੇ ਫੰਕਸ਼ਨ ਠੀਕ ਕਰਨ ਵਾਸਤੇ ਫਿਰ ਅਸੀਂ ਨਕਲੀ ਥਾਇਰਾਇਡ ਦਾ ਕੈਮੀਕਲ ਬਣਾਇਆ ਹੋਇਆ, ਜਦੋਂ ਇਕਵਲੈਂਟ ਹੈ, ਜਿਹੜਾ ਉਦੋਂ ਉਹ ਜਿਹਾ ਕੈਮੀਕਲ ਬਣਾ ਲਿਆ ਵਿਗਿਆਨ ਨੇ, ਜਿਹਨਾਂ ਲੋਕਾਂ ਨੇ ਇਹ 'ਚ ਵਪਾਰ ਕਰਨਾ ਸੀਗਾ, ਤੇ ਸਾਇੰਸ ਨੇ ਰਲ ਕੇ ਇੱਕ ਇਹੋ ਜਿਹਾ ਤਰੀਕਾ ਬਣਾ ਲਿਆ ਕਿ ਉਹ ਨਕਲੀ ਥਾਇਰਾਇਡ ਬਣਾ ਲਿਆ। ਨਕਲੀ ਥਾਇਰਾਇਡ ਨਾਲ ਥਾਇਰਾਇਡ ਤਾਂ ਪੂਰਾ ਹੋ ਜਾਂਦਾ ਕਿਸੇ ਹੱਦ ਤੱਕ, ਲੇਕਿਨ ਇਹਦੇ ਨਾਲ ਦਿੱਕਤ ਕੀ ਆਉਂਦੀ ਹੈ? ਇੱਕ ਗੱਲ ਜਿਹੜੀ ਸਮਝਣ ਦੀ ਇੱਥੇ, ਕਿ ਪੂਰੇ ਦੇ ਪੂਰੇ ਜਿਹੜੇ ਹਾਰਮੋਨਸ ਨੇ ਉਹ ਸਾਰਿਆਂ ਦਾ ਇੱਕ ਬੈਲੈਂਸ ਹੈ, ਕਿਉਂਕਿ ਇਹ ਫੀਡਬੈਕ ਮੈਕੈਨਿਜ਼ਮ ਕਹਿੰਦੇ ਇਹਨੂੰ, ਕਿ ਮੰਨ ਲਓ ਥਾਇਰਾਇਡ ਬਾਡੀ ਨੇ ਜਿੰਨਾ ਬਣਾਤਾ, ਤਾਂ ਉੱਪਰ ਮੈਸੇਜ ਚਲਾ ਜਾਂਦਾ ਕਿ ਬਸ ਇੰਨਾ ਹੀ ਚਾਹੀਦਾ, ਹੋਰ ਨਹੀਂ ਚਾਹੀਦਾ, ਉਹ ਫਿਰ ਬੰਦ ਕਰ ਦਿੰਦਾ ਬਣਾਉਣਾ। ਉਹਦੇ ਅੰਦਰ ਆਟੋ ਰੈਗੂਲੇਸ਼ਨ ਹੈ। ਨਹੀਂ ਤਾਂ ਕਿ ਥਾਇਰਾਇਡ ਬਣਾਉਣ ਲੱਗੀ ਤੇ ਕੁਦਰਤ ਨੂੰ ਕਿਵੇਂ ਪਤਾ ਲੱਗਿਆ ਵੀ ਇੰਨਾ ਹੀ ਬਣਾਉਣਾ, ਇਸ ਤੋਂ ਵੱਧ ਨਹੀਂ ਬਣਾਉਣਾ? ਕਿਉਂ? ਦੋਨੋਂ ਸਿਸਟਮ ਹੈਗੇ, ਸਵਿਚ ਆਨ ਵੀ ਹੈਗਾ, ਸਵਿਚ ਆਫ ਵੀ ਹੈਗਾ। ਜੇ ਥਾਇਰਾਇਡ ਲੋਡ ਜੋਗਾ ਬਣ ਗਿਆ ਹੈ ਤਾਂ ਫਿਰ ਸਵਿਚ ਆਫ ਹੋ ਜਾਂਦਾ, ਫਿਰ ਘਟ ਗਿਆ ਤਾਂ ਫਿਰ ਆਨ ਹੋ ਜਾਂਦਾ। ਤੇ ਹਰ ਬੋਡੀ ਦੇ ਜਿਹੜੇ ਸਿਸਟਮ 'ਚ ਹੈਗਾ, ਤੇ ਖਾਸ ਕਰਕੇ ਹਾਰਮੋਨ ਦੇ ਅੰਦਰ ਬਹੁਤ ਹੀ ਸੈਂਸਿਟਿਵ ਹੈ। ਉਹਨੂੰ ਕਹਿੰਦੇ ਬਾਇਓ ਫੀਡਬੈਕ ਮੈਕੈਨਿਜ਼ਮ। ਬਾਇਓ ਫੀਡਬੈਕ ਮੈਕੈਨਿਜ਼ਮ ਮਤਲਬ ਹੈ ਕਿ ਥਾਇਰਾਇਡ ਅਗਰ ਖੂਨ 'ਚ ਥਾਇਰਾਇਡ ਪੂਰਾ ਹੈਗਾ, ਥਾਇਰਾਇਡ ਦਾ ਰਸ ਪੂਰਾ ਹੈਗਾ, ਤਾਂ ਉਹ ਸਵਿਚ ਆਫ ਕਰ ਦੇਗਾ। ਜਿਹੜੀ ਬੋਡੀ ਹੈ ਉਹਨੂੰ ਸਵਿਚ ਆਫ ਕਰ ਦੇਗੀ, ਹੋਰ ਨਹੀਂ ਬਣਾਏਗੀ, ਉਹਨੂੰ ਉਦੋਂ ਹੀ ਹੋਰ ਬਣਾਏਗੀ ਜਦੋਂ ਲੋੜ ਹੈ। ਜਿਸ ਤਰ੍ਹਾਂ ਟੈਂਕੀ 'ਚ ਆਪਾਂ ਲਾ ਲੈਂਦੇ, ਵੈਲਵ ਲਾ ਦਿੰਦੇ ਹਾਂ, ਜਦੋਂ ਟੈਂਕੀ ਦਾ ਪਾਣੀ ਘਟ ਜਾਂਦਾ, ਉਹ ਆਪਣੇ ਆਪ ਹੀ ਬਾਲ ਜਿਹਾ ਉੱਪਰ ਨੂੰ ਚੱਲ ਜਾਂਦਾ, ਤੇ ਫਿਰ ਉਹ ਥੱਲੇ ਨੂੰ ਚੱਲ ਜਾਂਦਾ ਤੇ ਖੁੱਲ ਜਾਂਦੀ ਹੈ। ਏਦਾਂ ਹੀ ਸਰੀਰ ਦੇ ਅੰਦਰ ਆਟੋ ਰੈਗੂਲੇਸ਼ਨ ਹੈ, ਸਾਰੇ ਹਾਰਮੋਨਸ ਦੀ ਹੈ। ਉਹ ਇਨਸੂਲਿਨ ਦੀ ਵੀ ਹੈ, ਉਹ ਥਾਇਰਾਇਡ ਦੀ ਵੀ ਹੈ, ਐਡਰੀਨਲਸ ਦੀ ਵੀ ਹੈ, ਪਿਟਿਊਟਰੀ ਦੀ ਵੀ ਹੈ। ਉਹ ਹਰ ਹਾਰਮੋਨ ਦਾ ਬਾਇਓ ਫੀਡਬੈਕ ਹੁੰਦਾ। ਇਹ ਜਦੋਂ ਅਸੀਂ ਨਕਲੀ ਦੇਵਾਂਗੇ, ਤੁਸੀਂ ਨਕਲੀ ਥਾਇਰਾਇਡ ਦੇ ਦਿੱਤਾ, ਉਹਨੇ ਥਾਇਰਾਇਡ ਦੀ ਲੋੜ ਤਾਂ ਪੂਰੀ ਕਰਤੀ ਕੈਮੀਕਲੀ, ਲੇਕਿਨ ਉਹ ਜਿਹੜਾ ਬਾਕੀਆਂ ਦਾ ਬੈਲੈਂਸ ਸੀਗਾ ਵਿਗੜ ਗਿਆ। ਕਿਉਂਕਿ ਹੋ ਸਕਦਾ ਹੈ ਕਿ ਇੱਕ ਥਾਇਰਾਇਡ ਦੇ ਲੈਵਲ ਨੂੰ ਥੋੜਾ ਜਿਹਾ ਘਟਾ ਕੇ ਉਹ ਸਰੀਰ ਕੰਮ ਚਲਾ ਰਿਹਾ, ਕੁਦਰਤ ਤੁਹਾਡਾ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਕਿ ਦੂਜੇ ਹਾਰਮੋਨ ਡਿਸਟਰਬ ਨਾ ਹੋਣ। ਤੁਸੀਂ ਇੱਕ ਹਾਰਮੋਨ ਦੀ ਮਤਲਬ ਪੂਰਤੀ ਕਰਤੀ ਨਕਲੀ ਕੈਮੀਕਲ ਨਾਲ, ਤਾਂ ਉਸ ਦਾ ਕਿ ਦੂਜੇ ਹਾਰਮੋਨ ਦੀ ਵੀ ਨੁਕਸਾਨ ਹੋ ਜਾਏ, ਕਿਉਂਕਿ ਉਹ ਨਕਲੀ ਹੈ। ਉਹਦੇ 'ਚ ਬਾਇਓ ਫੀਡਬੈਕ ਮੈਕੈਨਿਜ਼ਮ ਜਿਹੜਾ ਉਹ ਨਹੀਂ ਚੱਲੇਗਾ। ਤੁਹਾਨੂੰ ਹੀ ਕੈਲਕੂਲੇਟ ਕਰਨਾ ਪਊਗਾ ਕਿ 25 ਖਾਣੀ ਹੈ, 50 ਖਾਣੀ ਹੈ, 75 ਖਾਣੀ ਹੈ, ਫਿਰ ਟੈਸਟ ਕਰਾਉਣਾ ਪਊ ਬਾਰ-ਬਾਰ। ਕੁਦਰਤ ਨੇ ਨਹੀਂ ਕਰਨਾ ਉਹਨੂੰ, ਉਸ ਕੈਮੀਕਲ ਨੂੰ ਕੁਦਰਤ ਕੁਛ ਨਹੀਂ ਕਰ ਸਕਦੀ, ਕੁਦਰਤ ਮੈਨ ਮੇਡ ਆ, ਉਹਦੀ ਬਾਇਓ ਫੀਡਬੈਕ ਨਹੀਂ ਚੱਲਣਾ। ਬਾਇਓ ਫੀਡਬੈਕ ਕੁਦਰਤ ਤੇ ਕੁਦਰਤੀ ਹਾਰਮੋਨ 'ਚ ਚੱਲੇਗਾ। ਇਹ ਨਹੀਂ ਹੋਏਗਾ ਕਿ ਤੁਸੀਂ ਗੋਲੀ ਜ਼ਿਆਦਾ ਖਾ ਲਈ ਤੇ ਤੁਹਾਨੂੰ ਬਾਕੀ ਗੋਲੀ ਸਰੀਰ ਬਾਹਰ ਕੱਢ ਦੇਵੇ, ਏਦਾਂ ਨਹੀਂ ਹੁੰਦਾ। ਇਹ ਬਾਇਓ ਫੀਡਬੈਕ ਨਹੀਂ ਹੈ, ਇਸ ਕਰਕੇ ਉਹ ਗੋਲੀ ਰੋਜ਼ ਦੀ ਰੋਜ਼ ਖਾਣੀ ਪਏਗੀ, ਕਿਉਂਕਿ ਉਹ ਜਿਹੜੇ ਕੈਮੀਕਲ ਨੂੰ ਬੋਡੀ ਜ਼ਹਿਰ ਮੰਨਦੀ ਹੈ, ਜੋ ਜ਼ਹਿਰ ਮੰਨਦੀ ਤਾਂ ਬੋਡੀ ਬਾਹਰ ਕੱਢ ਦਿੰਦੀ ਹੈ ਉਹਨੂੰ।
ਤੁਸੀਂ ਖਾਓਗੇ ਬੋਡੀ ਬਾਹਰ ਕੱਢ ਦੇਗੀ, ਤੁਸੀਂ ਖਾਓਗੇ ਬੋਡੀ ਬਾਹਰ ਕੱਢ ਦੇਗੀ। ਉਹ ਉਹਨਾਂ ਦੀ ਧੱਕੇ ਨਾਲ ਜਿੰਨਾ ਤੱਕ ਦੇ ਲਿਆ ਉਹ ਅਸਰ ਕਰਕੇ ਤੁਹਾਡਾ ਲੈਵਲ ਠੀਕ ਹੋਣਾ ਸ਼ੁਰੂ ਹੋ ਜਾਏਗਾ, ਤੁਹਾਡੇ ਲਾਮਤਾਂ ਵੀ ਠੀਕ ਹੋ ਜਾਣਗੀਆਂ ਕੁਛ ਹੱਦ ਤੱਕ। ਲੇਕਿਨ ਉਹ ਗੱਲ ਜਿਹੜੀ ਹੈ ਸਿਹਤ ਵਾਲੀ ਨਹੀਂ ਬਣੇਗੀ। ਸਿਹਤ ਵਾਲੀ ਗੱਲ ਉਦੋਂ ਹੀ ਬਣੇਗੀ ਜਦੋਂ ਤੁਸੀਂ ਦਵਾ ਫ੍ਰੀ, ਦਵਾ ਮੁਕਤ ਹਾਰਮੋਨ ਥਾਇਰਾਇਡ ਠੀਕ ਕਰਨ। ਥਾਇਰਾਇਡ ਘੱਟ ਦੀਆਂ ਲਾਮਤਾਂ ਕੀ ਨੇ? ਥੋੜਾ ਮੋਟਾਪਾ ਜਿਹਾ ਆਉਣ ਲੱਗ ਜਾਂਦਾ ਹੈ, ਕਬਜੀ ਰਹਿਣ ਲੱਗ ਜਾਂਦੀ ਹੈ, ਸੁਸਤੀ ਰਹਿਣ ਲੱਗ ਜਾਂਦੀ ਹੈ, ਤੁਹਾਡਾ ਚਿਹਰਾ ਖਾਸ ਕਿਸਮ ਦਾ ਬਣ ਜਾਂਦਾ ਹੈ, ਪੈਰ ਬਾਹਾਂ ਵੀ ਫੁੱਲਵੇਂ ਜੇ ਫਲਾਟ ਜਿਵੇਂ ਫਲਾਟ ਜਿਹੀ ਆਈ ਹੁੰਦੀ ਹੈ ਉੱਦਾਂ ਹੋਣ ਲੱਗ ਜਾਂਦੇ ਆ। ਕੋਈ ਵੀ ਕੰਮ ਤੁਸੀਂ ਕਰੋਗੇ ਹੌਲੀ ਹੌਲੀ ਕਰੋਗੇ। ਬਾਕੀ ਜਿਹੜੇ ਸਾਰਾ ਸਿਸਟਮ ਜਿਹੜਾ, ਕਿਉਂਕਿ ਥਾਇਰਾਇਡ ਦਾ ਜਿਹੜਾ ਰਸ ਹੈ ਉਹ ਸਰੀਰ ਦੇ ਹਰ ਸੈੱਲ ਨੂੰ ਚਾਹੀਦਾ ਹੈ। ਜਦੋਂ ਹਰ ਸੈੱਲ ਨੂੰ ਥਾਇਰਾਇਡ ਦਾ ਰਸ ਚਾਹੀਦਾ ਹੈ ਤਾਂ ਸਾਰੇ ਸੈੱਲ ਕੰਮ ਨਹੀਂ ਕਰਨਗੇ, ਤਾਲਮੇਲ ਨਹੀਂ ਹੋਏਗਾ, ਸਾਰਾ ਸਰੀਰ ਕਿਤੇ ਨਾ ਕਿਤੇ ਕੋਈ ਨਾ ਉਹਦਾ ਅਸਰ ਹੋਗਾ ਕਿ BP ਵੱਧ ਜਾਏਗਾ, ਹੋਰ ਸਮੱਸਿਆਵਾਂ ਸਾਰੀਆਂ 50% ਖੜੀਆਂ। ਫਿਰ ਹਾਈਪਰ ਵੀ ਹੁੰਦਾ। ਥਾਇਰਾਇਡ ਜਿਹੜਾ 5-7% ਲੋਕ ਕੇਸਾਂ 'ਚ ਥਾਇਰਾਇਡ ਵੱਧ ਵੀ ਬਣਨ ਲੱਗ ਜਾਂਦਾ। ਜੇ ਵੱਧ ਬਣਦਾ ਉਹਦੀਆਂ ਲਾਮਤਾਂ ਬਿਲਕੁਲ ਅੱਖਾਂ ਮੋਟੀਆਂ ਹੋ ਜਾਂਦੀਆਂ ਨੇ, ਸਰੀਰ ਪਤਲਾ ਹੋ ਜਾਂਦਾ ਹੈ, ਟੱਟੀਆਂ ਲੱਗਣ ਲੱਗ ਜਾਂਦੀਆਂ ਨੇ, ਬੰਦੇ ਘਬਰਾਹਟ ਹੋਣ ਲੱਗ ਜਾਂਦੀ ਹੈ, ਹਾਰਟ ਰੇਟ ਤੇਜ਼ ਹੋ ਜਾਂਦਾ ਹੈ, ਬੰਦਾ ਚਿੰਤਾ ਚ ਰਹਿੰਦਾ, ਹਮੇਸ਼ਾ ਲੱਗਦਾ ਜਿਵੇਂ ਕੁਝ ਗੁਆਚ ਗਿਆ ਹੁੰਦਾ। ਉਹ ਥਾਇਰਾਇਡ ਵੱਧ ਹੋਣ ਕਰਕੇ ਹੋ ਜਾਏਗਾ। ਬਹੁਤ ਸੂਖਮ ਬੈਲੈਂਸ ਹੈ, ਵੱਧ ਤੇ ਘੱਟ ਦਾ। ਸੋ ਜਦੋਂ ਹੀ ਵੱਧ ਤੇ ਘੱਟ ਦਾ ਬੈਲੈਂਸ ਖਰਾਬ ਹੋਏਗਾ ਤਾਂ ਉਦੋਂ ਹੀ ਅਸੀਂ ਮਾਰ ਚ ਆ ਜਾਵਾਂਗੇ। ਫਿਰ ਅੱਜ ਆਪਾਂ ਐਡਰਨਲ ਗਲੈਂਡਸ ਤੇ, ਐਡਰਨਲ ਗਲੈਂਡ ਜਿਹੜੇ ਨੇ ਗੁਰਦਿਆਂ ਦੇ ਉੱਪਰ ਦੋ ਛੋਟੇ ਗਲੈਂਡਸ ਨੇ, ਕਿੰਨੇ ਉਹ ਹਾਰਡਲੀ ਜਿੰਨਾ ਪਤਾਸਾ ਜਾਂ ਪਤਾਸੇ ਤੋਂ ਵੀ ਛੋਟੇ, ਉਹ ਗਲੈਂਡ ਜਿਹੜੇ ਉਹਨਾਂ ਦਾ ਕੀ ਕੰਮ ਹੈ? ਉਹ ਸਟ੍ਰੈਸ ਹਾਰਮੋਨਸ ਕ੍ਰੀਏਟ ਕਰਦੇ ਆ। BP ਵਧਾਉਣ ਵਾਲੇ ਹਾਰਮੋਨ ਕ੍ਰੀਏਟ ਕਰਦੇ ਆ, ਸਟ੍ਰੈਸ ਹਾਰਮੋਨ ਕ੍ਰੀਏਟ ਕਰਦੇ। ਸਟ੍ਰੈਸ ਹਾਰਮੋਨ ਦਾ ਮਤਲਬ ਜਦੋਂ ਤੁਹਾਨੂੰ ਕੋਈ ਲੋਡ ਵੱਧ ਪੈ ਗਈ, ਜਿੰਨਾ ਰੂਟੀਨ 'ਚ ਆਪਾਂ ਕੰਮ ਕਰ ਰਹੇ ਹਾਂ, ਜਿੰਨੀ ਸਾਡੀ ਪੱਠਿਆਂ ਦੀ ਤਾਕਤ ਹੈ, ਜਿੰਨਾ ਸਾਡਾ ਬਲੱਡ ਪ੍ਰੈਸ਼ਰ ਹੈ, ਜਿੰਨਾ ਸਾਡੇ ਬਲੱਡ ਫਲੋ ਕਰ ਰਿਹਾ ਹੈ, ਸਾਡੇ ਸਾਰੇ ਕੰਮ ਬੈਲੈਂਸ ਚੱਲਦੇ ਨਾ। ਲੇਕਿਨ ਜਦੋਂ ਸਾਡੇ ਸਰੀਰ ਨੂੰ ਕੋਈ ਐਮਰਜੈਂਸੀ ਪੈ ਗਈ, ਉਹਨੂੰ ਏਦਾਂ ਹੋ ਗਿਆ ਕਿ ਮੈਨੂੰ ਹੁਣ ਕੋਈ ਐਮਰਜੈਂਸੀ ਆ ਗਈ, ਮੰਨ ਲਓ ਤੁਹਾਡੇ ਤੇ ਕੋਈ ਅਟੈਕ ਹੋ ਗਿਆ, ਤੁਹਾਡੇ ਸਾਹਮਣੇ ਕੋਈ ਖੁੰਖਾਰ ਜਾਨਵਰ ਆ ਗਿਆ, ਤੁਸੀਂ ਕਿਸੇ ਨਾਲ ਲੜ ਪਏ, ਤੁਹਾਨੂੰ ਭੱਜਣਾ ਪੈਣਾ ਹੈ ਜਾਂ ਲੜਨਾ ਪੈਣਾ ਹੈ। ਫਾਈਟ ਐਂਡ ਫਲਾਈਟ ਵੀ ਕਹਿੰਦੇ ਨਾਲ ਅੱਜ ਕੱਲ੍ਹ। ਇੱਕ ਬੰਦਾ ਲੜਦਾ, ਇੱਕ ਭੱਜ ਜਾਂਦਾ ਤੇ ਦੂਜਾ ਡਰ ਕੇ ਕੰਬਣ ਲੱਗ ਜਾਂਦਾ, ਫਲਾਈਟ। ਉਹ ਜਿਹੜਾ ਵਰਤਾਰਾ ਹੈ ਸਟ੍ਰੈਸ ਵਾਲਾ, ਉਹਨੂੰ ਕੋਪ ਕਰਨ ਲਈ ਸਟ੍ਰੈਸ ਹਾਰਮੋਨਸ ਬਣਾਉਂਦਾ ਐਡਰਨਲ ਗਲੈਂਡਸ। ਉਹ ਸਟ੍ਰੈਸ ਹਾਰਮੋਨ ਰੂਟੀਨ 'ਚ ਵੀ ਬਣਦੇ ਆ। ਉਹ ਸਟ੍ਰੈਸ ਹਾਰਮੋਨ ਕੰਮ ਕਿੱਦਾਂ ਕਰਦੇ ਰੂਟੀਨ 'ਚ ਉਹ ਕੰਮ ਕਰਦੇ ਆ ਕਿ ਮੰਨ ਲਓ ਅਸੀਂ ਰਾਤ ਨੂੰ ਸੋ ਕੇ ਉੱਠੇ, ਸਵੇਰੇ ਰਿਲੈਕਸਡ ਹਾਂ, ਅਸੀਂ ਬਿਲਕੁਲ ਫਰੈਸ਼ ਹਾਂ, ਰਾਤ ਨੂੰ ਸਾਡਾ ਸਾਰਾ ਮੁਰੰਮਤ ਦਾ ਕੰਮ ਵੀ ਹੋਇਆ, ਸਾਡਾ ਜਿਹੜਾ ਸੀ ਪੁਰਾਣੇ ਸੈੱਲ ਮਰੇ ਸੀ ਉਹ ਵੀ ਫੇਟ ਲਏ, ਨਵੇਂ ਬਣ ਗਏ, ਸਾਡੇ ਅੰਦਰ ਡੀਟੌਕਸੀਫਿਕੇਸ਼ਨ ਹੋ ਗਈ, ਰਾਤ ਨੂੰ ਸੁੱਤੇ ਪਏ, ਸਵੇਰੇ ਅਸੀਂ ਫਰੈਸ਼ ਉੱਠੇ। ਹੁਣ ਸਾਡੀ ਬਾਡੀ ਅਗਲੇ 16 ਘੰਟੇ ਲਈ ਬਿਲਕੁਲ ਕਾਇਮ ਹੈ। 16 ਘੰਟੇ 'ਚੋਂ ਜਿਵੇਂ ਤੁਸੀਂ ਦੁਪਹਿਰ ਤੱਕ ਜਾਓਗੇ ਬਹੁਤ ਫਰੈਸ਼ ਰਹੋਗੇ, ਪਹਿਲੇ ਥੋੜੀ ਜਿਹੀ ਥਕਾਵਟ ਹੋਏਗੀ, ਜੇ ਤੁਸੀਂ ਥੋੜੀ ਜਿਹੀ ਨੈਪ ਨੂਪ ਦੀ ਮਾੜੀ ਜਿਹੀ ਆਰਾਮ ਕਰ ਲਿਆ ਤਾਂ, ਜਾਂ ਕੁਝ ਲੋਕ ਬਿਨਾਂ ਆਰਾਮ ਕਰੇ ਚੱਲੀ ਜਾਂਦੇ, ਹੌਲੀ ਹੌਲੀ ਰਾਤ ਜਾਂਦੇ ਤੁਸੀਂ ਇੱਕ ਦੋ ਆਪਾਂ ਅੰਗਰੇਜ਼ੀ 'ਚ ਲਫ਼ਜ਼ ਵਰਤਦੇ ਹਾਂ ਡੈਡ ਟਾਇਰਡ, ਤੇ ਹੁਣ ਮੈਂ ਮਰਨ ਵਰਗਾ ਹੋਇਆ ਪਿਆ, ਮੈਨੂੰ ਕੋਈ ਹੋਸ਼ ਨਹੀਂ ਹੈ, ਮੈਂ ਇੰਨਾ ਥੱਕਿਆ ਹੋਇਆ। ਤੇ ਫਿਰ ਕੁਦਰਤ ਤੁਹਾਨੂੰ ਮਜਬੂਰ ਕਰਦੀ ਕਿ ਗਿਰੋ ਜਾ ਕੇ ਮੰਜੇ ਤੇ ਸੋ ਜਾਓ। ਉਦੋਂ ਤੱਕ 16 ਘੰਟੇ ਉਹ ਸਾਨੂੰ ਚੱਲਦਾ ਰੱਖਦੀ ਹੈ। ਉਹਦੇ 'ਚ ਸਾਡਾ ਰੋਲ ਹੈ ਸਟ੍ਰੈਸ ਹਾਰਮੋਨ ਦਾ, ਐਡਰਨਲ ਹਾਰਮੋਨ ਦਾ। ਐਡਰਨਲ ਹਾਰਮੋਨ ਕੀ ਨੇ? ਸਾਡੇ ਨੂੰ ਕਾਇਮ ਰੱਖਦੇ ਆ, ਠੀਕ ਹੈ, ਕਾਇਮ ਰੱਖਦੇ 16 ਘੰਟੇ ਲਈ। ਫਿਰ 8 ਘੰਟੇ ਸੋ ਜਾਂਦੇ ਉਦੋਂ ਐਡਰਨਲ ਹਾਰਮੋਨ ਜਿਹੜੇ ਨੇ ਉਹ ਰਿਲੈਕਸ ਕਰਦੇ। ਉਹ ਜਦੋਂ ਅਸੀਂ ਫਾਈਟ ਐਂਡ ਫਲਾਈਟ ਮੋਡ 'ਚ ਹੁੰਦੇ ਆ, ਜਦੋਂ ਅਸੀਂ ਭੱਜਣਾ ਜਾਂ ਲੜਨਾ ਮੋਡ 'ਚ ਹੁੰਦੇ ਆ, ਤਾਂ ਉਦੋਂ ਫਿਰ ਸਾਰਾ ਕੁਝ ਖਤਮ ਹੋ ਜਾਂਦਾ, ਭੁੱਖ ਮਰ ਜਾਂਦੀ ਹੈ, ਪਿਆਸ ਮਰ ਜਾਂਦੀ ਹੈ, ਜਦੋਂ ਈਵਨ ਸ਼ਾਬੀਆ ਹੋਵੇ ਉਹ ਵੀ ਇੱਕ ਵਾਰੀ ਤੁਹਾਨੂੰ ਹਾਜ ਤੋਂ ਹਟ ਜਾਂਦੀ ਹੈ। ਤੁਸੀਂ ਬਹੁਤ ਜ਼ਿਆਦਾ ਭੱਜ ਸਕਦੇ ਹੋ ਆਮ ਨਾਲੋਂ, ਤੁਸੀਂ ਉੱਚੀ ਦੀਵਾਰ ਲੰਘ ਸਕਦੇ ਹੋ, ਜਿੰਨੀ ਉੱਚੀ ਦੀਵਾਰ ਤੁਸੀਂ ਨਾਰਮਲ ਲੰਘ ਨਹੀਂ ਸਕਦੇ ਉਨੀ ਉੱਚੀ ਦੀਵਾਰ ਲੰਘ ਜਾਓਗੇ, ਜਦੋਂ ਛਾਲ ਮਾਰ ਜਾਓਗੇ ਤੁਹਾਡੇ ਪੱਠੇ 'ਚ ਇੰਨਾ ਜ਼ੋਰ ਆ ਜਾਏਗਾ ਜਿੰਨਾ ਤੁਸੀਂ ਸੋਚਦੇ ਸੀ ਮੇਰੇ ਤਾਂ ਕੁਝ ਵੀ ਨਹੀਂ ਕਰ ਸਕਦਾ। ਤੁਸੀਂ ਵੱਡੇ ਸਾਰੇ ਜਦੋਂ ਗੁੱਸੇ 'ਚ ਆਏ ਬੰਦੇ 'ਚ ਕਿੰਨਾ ਪਾਵਰ ਹੁੰਦੀ ਹੈ। ਉਹਦਾ ਜਦੋਂ ਸਟ੍ਰੈਸ ਹਾਰਮੋਨ ਬਹੁਤ ਜ਼ਿਆਦਾ ਹੁੰਦੇ ਆ ਤਾਂ ਤੁਹਾਡੇ ਅੰਦਰ ਬਹੁਤ ਤਾਕਤ ਆ ਜਾਂਦੀ ਹੈ। ਲੇਕਿਨ ਉਹ ਤਾਕਤ ਜਿਹੜੀ ਹੁੰਦੀ ਆ ਘੰਟਾ 2 ਘੰਟੇ 3 ਘੰਟੇ ਇਸ ਤੋਂ ਬਾਅਦ ਨਹੀਂ ਚੱਲਦੀ।
उस तो बाद करोगे तो फिर नहीं चलेगी, जवाब दे देगी। ਇਹਦਾ मतलब है ਜਿਹੜਾ ਐਮਰਜੈਂਸੀ ਮੋਡ ਹੈ ਉਹ ਸਿਰਫ ਕੁਝ ਮਿੰਟਾਂ ਲਈ ਬਹੁਤ ਜ਼ਿਆਦਾ ਹੁੰਦਾ, ਵੱਧ ਤੋਂ ਵੱਧ ਘੰਟਾ 2 ਘੰਟੇ 3 ਘੰਟੇ। ਉਦੋਂ ਬਾਅਦ ਫਿਰ 16 ਘੰਟੇ ਜਿਹੜਾ ਮੈਕਸੀਮਮ ਹੈ ਉਹ ਜਿਹੜਾ ਦਿਨ ਦਾ ਜਿਹੜਾ ਬਣਿਆ ਹੋਇਆ ਦਿਨ ਤੇ ਰਾਤ ਦਾ ਚੱਲਣ, 16 ਘੰਟੇ ਤੁਸੀਂ ਕੰਮ ਕਰ ਲਓਗੇ, ਲੇਕਿਨ ਤੁਸੀਂ ਸੌਂ ਵੀ ਤੁਸੀਂ 24 ਘੰਟੇ ਕੰਮ ਕਰ ਲਓਗੇ, ਨਹੀਂ ਬਸ ਸੰਭਵ, ਇਹ ਸੰਭਵ ਹੀ ਨਹੀਂ ਹੈ। ਉਦੋਂ 8 ਘੰਟੇ ਰਿਲੈਕਸ ਕਰਨਾ ਪਏਗਾ, ਸੌਣਾ ਪਏਗਾ। ਸੋ ਇਹ ਹੈਗੇ ਨੇ ਜਿਹਨੂੰ ਕਹਿੰਦੇ ਆ ਐਡਰਨਲ ਗਲੈਂਡਸ। ਐਡਰਨਲ ਗਲੈਂਡ ਦੇ ਗੁਰਦਿਆਂ ਦੇ ਟੌਪ ਦੇ ਉੱਪਰ ਹੁੰਦੇ ਦੋ। ਫਿਰ ਆ ਗਿਆ ਤੁਹਾਡਾ ਇੰਸੂਲਿਨ ਬਣਾਉਣ ਵਾਲਾ ਪੈਂਕਰੀਆਸ, ਇਹ ਪੇਟ 'ਚ ਹੁੰਦਾ। ਪੇਟ ਤੇ ਜਿਹੜਾ ਪੇਟ ਹੈ ਜਿਸ ਖਾਣਾ ਜਾਂਦਾ ਉਹਦੇ ਬਿਲਕੁਲ ਅਗਲੇ ਹਿੱਸੇ ਤੇ ਇੱਕ ਜਦੋਂ ਛੋਟੀ ਆਂਤ ਦੀ ਇੱਕ ਯੂ ਜਿਹਾ ਬਣਦਾ, ਯੂ ਦੇ ਵਿੱਚ ਫਸ ਕੇ ਪਿਆ ਹੁੰਦਾ, ਨਿੱਕਾ ਜਿਹਾ ਹੁੰਦਾ ਹੈ, ਲੰਬਾ ਜਿਹਾ, ਜਿਵੇਂ ਕੋੜ ਕਿਰਲੀ ਵਰਗਾ, ਕਿਰਲੀ ਵਰਗਾ। ਇਹਦੀ ਉਹਦੇ ਕਿਰਲੀ ਵਰਗੀ ਪੂਛ ਹੁੰਦੀ ਹੈ, ਮੂੰਹ ਹੁੰਦਾ ਉਹਦਾ, ਉਹਦੇ ਗਰਦਨ ਹੁੰਦੀ ਹੈ, ਬਿਲਕੁਲ ਸ਼ਕਲ ਕਿਰਲੀ, ਵੱਡੀ ਕਿਰਲੀ ਵਰਗੀ ਹੁੰਦੀ ਹੈ। ਇਹਦੇ ਕਈ ਕੰਮ ਨੇ। ਇਹ ਤਾਂ ਭੋਜਨ ਨੂੰ ਹਜਮ ਕਰਨ ਲਈ ਰਸ ਪੈਦਾ ਕਰਦਾ, ਜਿਹੜੇ ਕਿ ਨਾਲੀ ਰਾਹੀਂ ਇੰਤਰੀਆਂ ਜਾਂਦੇ, ਉਹਦੇ ਨਾਲੀ ਬਣੀ ਹੋਈ ਹੈ, ਉਹਨੂੰ ਐਕਸੋਕਰਾਈਨ ਕੰਪੋਨੈਂਟ ਕਹਿੰਦੇ ਆ, ਯਾਨੀ ਕਿ ਉਹ ਜਿਹੜਾ ਨਾਲੀ 'ਚ ਜਾਣ ਵਾਲਾ ਰਸ ਨੇ ਉਹ ਭੋਜਨ ਹਜਮ ਕਰ ਲਈ ਨੇ। ਇੱਕ ਐਂਡੋਕਰਾਈਨ ਹੈ, ਉਹ ਹੈਗਾ ਥੋੜਾ ਇੰਸੂਲਿਨ ਹੈ। ਇੰਸੂਲਿਨ ਦਾ ਕੰਮ ਜਿਹੜਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਸ਼ੂਗਰ ਵੇਲੇ, ਇੰਸੂਲਿਨ ਜਿਹੜੀ ਹੈ ਉਹ ਸ਼ੂਗਰ ਨੂੰ, ਗਲੂਕੋਸ ਨੂੰ ਸਰੀਰ ਨੂੰ ਹਜਮ ਕਰਨ 'ਚ ਤੇ ਵਰਤੋਂ ਕਰਨ 'ਚ ਹੈਲਪ ਕਰਦੀ ਹੈ। ਜਿਹੜੀ ਗਲੂਕੋਸ ਹੈ ਉਹ ਬਿਨਾਂ ਇੰਸੂਲਿਨ ਦੇ ਸਰੀਰ ਨਹੀਂ ਵਰਤ ਸਕਦਾ। ਸਰੀਰ ਕੋਲੇ ਕੋਈ ਰੈਗੂਲੇਸ਼ਨ ਨਹੀਂ ਹੈ ਉਹਨੂੰ ਵਰਤਣ ਦੀ, ਸਿਵਾਏ ਇੰਸੂਲਿਨ ਦੇ। ਇੰਸੂਲਿਨ ਸ਼ੂਗਰ ਨੂੰ ਫੜ ਕੇ ਨਾਲ ਅਟੈਚ ਹੋ ਕੇ ਨਾਲ ਲੈ ਕੇ ਜਾਂਦੀ ਸੈੱਲ ਤੱਕ। ਇੰਸੂਲਿਨ ਦਰਵਾਜ਼ਾ ਖੋਲਦੀ, ਉਹਦਾ ਚਾਬੀ ਜਿਹੜੀ ਇੰਸੂਲਿਨ ਹੈ ਉਹ ਅੰਦਰ ਵੜਦੀ ਹੈ ਗਲੂਕੋਸ। ਜਦੋਂ ਮੈਸੇਜ ਆ ਜਾਂਦਾ ਅੰਦਰੋਂ ਕਿ ਹੋਰ ਥਾਂ ਹੈ ਨਹੀਂ, ਇੰਨੀ ਕੀ ਵੜ ਸਕਦੀ ਹੈ, ਤਾਂ ਉਹ ਚਾਬੀ ਸਵਿਚ ਆਫ ਕਰ ਦਿੰਦੀ, ਹੋਰ ਨਹੀਂ ਵੜਦੀ। ਫਿਰ ਸਵਾਲ ਦਾ ਸਿਸਟਮ ਕਰ ਦਿੰਦਾ ਕਿ ਸ਼ੂਗਰ ਦੇ ਕਣ ਨੂੰ, ਗਲੂਕੋਸ ਦੇ ਕਣ ਨੂੰ ਇੰਸੂਲਿਨ ਨਾਲ ਲੈ ਕੇ ਜਾਂਦੀ ਹੈ, ਸੈੱਲ ਦਾ ਦਰਵਾਜ਼ਾ ਖੋਲਦੀ ਹੈ। ਸੈੱਲ ਦੇ ਅੰਦਰ ਜੇ ਲੋੜ ਹੈ ਤਾਂ ਵੜ ਜਾਂਦੀ ਹੈ, ਨਹੀਂ ਲੋੜ ਤਾਂ ਦਰਵਾਜ਼ਾ ਬੰਦ ਹੋ ਜਾਂਦਾ। ਤਾਂ ਇਹ ਕੰਮ ਇੰਸੂਲਿਨ ਦਾ। ਤੇ ਇੰਸੂਲਿਨ ਕੀ ਕਰਦੀ ਹੈ, ਫਿਰ ਉਹ ਸਾਡੇ ਸੈੱਲ ਦੇ ਅੰਦਰ ਜਾ ਕੇ ਉਹ ਊਰਜਾ ਪੈਦਾ ਕਰਦੀ ਹੈ, ਜਿਹਦੇ ਸਿਰ ਤੇ ਸਾਡਾ ਸਰੀਰ ਚੱਲਦਾ ਹੈ। ਊਰਜਾ ਦੇ ਬਿਨਾਂ ਕੁਝ ਵੀ ਨਹੀਂ ਹੈ। ਅਗਰ ਸਾਡੀ ਗਲੂਕੋਸ 0 ਆਏ ਤਾਂ ਉਸ ਤੋਂ ਪਹਿਲਾਂ ਬੰਦਾ ਮਰ ਜਾਂਦਾ। ਸਾਡੇ ਸਰੀਰ 'ਚ ਅਗਰ ਗਲੂਕੋਸ ਖਤਮ ਹੋ ਜਾਵੇ, 15-20 ਤੇ ਆ ਕੇ ਮਰਨ ਦੀ ਹਾਲਤ ਹੋ ਜਾਂਦੀ ਹੈ। 60-70 ਤੇ ਆ ਕੇ ਚੱਕਰ ਆਉਣੇ ਲੱਗ ਸ਼ੁਰੂ ਹੋ ਜਾਂਦੇ ਆ। 40 ਤੇ ਆ ਕੇ ਬੰਦਾ ਗਿਰ ਜਾਂਦਾ, 20-25 ਤੇ ਬੇਹੋਸ਼ ਹੋ ਜਾਂਦਾ, ਤੇ ਉਹ ਫਿਰ ਮਰ ਜਾਂਦਾ, ਕੋਮਾ ਕਹਿੰਦੇ, ਕੋਮੇ ਚਲਾ ਜਾਂਦਾ। ਸ਼ੂਗਰ ਬਹੁਤ ਜ਼ਰੂਰੀ ਹੈ। ਸ਼ੂਗਰ ਤੋਂ ਬਿਨਾਂ ਕੋਈ ਸਰੀਰ ਦਾ ਸੈੱਲ ਜਿਹੜੇ ਕਰੋੜ ਨੇ ਤੇ ਕੰਮ ਹੀ ਨਹੀਂ ਕਰ ਸਕਦੇ। ਉਹ ਤੋਂ ਬਿਨਾਂ ਉਹ ਕੰਮ ਜਿਹੜਾ ਉਹ ਕਿਹਦਾ, ਉਹ ਹਾਰਮੋਨ ਦਾ, ਇੰਸੂਲਿਨ ਹਾਰਮੋਨ ਦਾ। ਜੁਪਟਰੀ ਜਿਹੜਾ ਉੱਪਰ ਸਿਰ 'ਚ ਬੈਠਾ ਉਹ ਸਾਰਿਆਂ ਨੂੰ ਕੰਟਰੋਲ ਕਰਦਾ। ਉਹ ਥਾਇਰਾਇਡ ਨੂੰ ਵੀ ਕੰਟਰੋਲ ਕਰਦਾ, ਐਡਰਨਲ ਨੂੰ ਕੰਟਰੋਲ ਕਰਦਾ। ਥਾਇਰਾਇਡ ਦੇ ਅੰਦਰ ਪੈਰਾਥਾਇਰਾਇਡਸ ਹੁੰਦੇ, ਉਹਨਾਂ ਨੂੰ ਕੰਟਰੋਲ ਕਰਦਾ। ਉਹ ਸੈਕਸ ਆਰਗਨ ਦੇ ਜਿਹੜੇ ਨੇ, ਟੈਸਟੀਕਲ ਤੇ ਈਸਟ੍ਰੋਜਨ ਨੇ, ਉਹਨਾਂ ਨੂੰ ਕੰਟਰੋਲ ਕਰਦਾ। ਉਹ ਕੰਟਰੋਲਿੰਗ ਹਾਰਮੋਨ ਹੈ। ਤੇ ਪਿਚੂਟਰੀ ਨੂੰ ਕੰਟਰੋਲ ਕਰਨ ਵਾਲਾ ਨਿੱਕਾ ਜਿਹਾ ਦਾਣਾ ਜਿਹਾ ਹੁੰਦਾ, ਉਹ ਪੀਨੀਅਲ ਗਲੈਂਡ ਕਹਿੰਦੇ ਆ। ਉਹਦੇ ਉਹ ਦਾਣੇ ਨੂੰ ਪੂਰਾ ਅਸਲ ਕੰਟਰੋਲ ਉਹਦੇ ਕੋਲ ਹੁੰਦਾ। ਪਹਿਲਾਂ ਮਾਸਟਰ ਗਲੈਂਡ ਕਹਿੰਦੇ ਸੀ ਪਿਚੂਟਰੀ ਨੂੰ, ਅੱਜ ਕੱਲ੍ਹ ਪਿਚੂਟਰੀ ਦਾ ਵੀ ਬਾਪ ਉਹਦੇ ਨਾਲ ਹੀ ਬੈਠਾ ਹੁੰਦਾ, ਸਿਰ ਤੇ ਉਹਦੇ ਬੈਠਾ ਹੁੰਦਾ ਪਿਚੂਟਰੀ ਦੇ, ਉਹਨੂੰ ਕਹਿੰਦੇ ਪੀਨੀਅਲ ਗਲੈਂਡ। ਪੀਨੀਅਲ ਗਲੈਂਡ ਉਹ ਕਿੱਡਾ ਹੁੰਦਾ, ਜਿੱਡਾ ਕਿ ਆਪਾਂ ਲੈ ਲਈਏ ਲੌਂਗ, ਵੱਡਾ ਲੌਂਗ ਲਾ ਲਓ, ਕਿੱਡਾ ਕੁ ਹੁੰਦਾ ਉਹ, ਉੱਥੇ ਲਟਕਿਆ ਹੁੰਦਾ ਉਹ ਅਸਲ 'ਚ ਕੰਟਰੋਲ ਉਹ ਕਰਦਾ। ਉਹ ਇੱਕ ਪਾਸੇ ਸਰੀਰ ਨੂੰ ਕੰਟਰੋਲ ਕਰਦਾ, ਇੱਕ ਪਾਸੇ ਉਹ ਕੁਦਰਤ ਨਾਲ ਬੈਲੈਂਸ ਬਣਾ ਕੇ ਰੱਖਦਾ, ਬਾਹਰ ਨਾਲ ਕਨੈਕਟ ਕਰਦਾ। ਕੁਦਰਤ ਦੇ ਜਿੰਨੇ ਵਰਤਾਰੇ ਨੇ ਉਹ ਮੈਸੇਜ ਰਿਸੀਵ ਕਰਨੇ ਨੇ, ਉਹ ਕੌਣ ਕਰਦਾ? ਪੀਨੀਅਲ ਗਲੈਂਡ ਸਿਰ 'ਚ ਬੈਠਾ ਹੁੰਦਾ, ਸਿਰ ਦੇ ਵਿੱਚ ਪਿਚੂਟਰੀ ਦੇ ਉੱਪਰ ਹੁੰਦਾ। ਅੱਜ ਕੱਲ੍ਹ ਪੀਨੀਅਲ ਗਲੈਂਡ ਤੇ ਬਹੁਤ ਜ਼ਿਆਦਾ ਰਿਸਰਚ ਹੋ ਰਹੀ ਹੈ। ਪੀਨੀਅਲ ਗਲੈਂਡ ਕਿਵੇਂ ਕੰਟਰੋਲ ਕਰਦਾ, ਤੇ ਕਿਵੇਂ ਅਸੀਂ ਜਿਹੜੀ ਸਾਡੀ ਚੇਤਨਾ ਹੈ, ਜਿਹੜੀ ਮਨੁੱਖ ਦੀ ਚੇਤਨਾ ਹੈ, ਉਹ ਕਾਸਮਿਕ ਚੇਤਨਾ ਨਾਲ, ਬ੍ਰਹਿਮੰਡੀ ਚੇਤਨਾ ਨਾਲ ਜੁੜੀ ਹੁੰਦੀ ਹੈ ਹਮੇਸ਼ਾ। ਵਨਨੈਸ ਦੀ ਆਪਾਂ ਗੱਲ ਕਰਦੇ ਨੇ, ਜਿਹੜੀ ਵਨਨੈਸ ਦੀ ਸਥਿਤੀ ਕਿਹਦੇ ਤਰ੍ਹਾਂ ਹੀ ਹੁੰਦੀ ਹੈ? ਪੀਨੀਅਲ ਗਲੈਂਡ ਰਾਹੀਂ। ਸਹੀ ਅੱਜ ਕੱਲ੍ਹ ਉਹ ਕਹਿੰਦੇ ਵੀ ਜੇ ਤੁਸੀਂ ਕੋਈ ਹੀਲਿੰਗ ਕਰਨੀ ਆਪਣੇ ਨੂੰ ਤਾਂ ਸਿਰ ਦੇ ਟੌਪ ਤੇ ਟੈਪਿੰਗ ਕਰੋ, ਉੱਥੇ ਹੁੰਦਾ, ਉਹਦੇ ਥੱਲੇ ਹੁੰਦਾ ਸਿਰ ਤੇ, ਬਿਲਕੁਲ ਕੰਨਾਂ ਦੀ ਸਿਰ 'ਚ ਉੱਪਰ ਜਾ ਕੇ ਜਿਹੜਾ ਸੈਂਟਰਲ ਪੁਆਇੰਟ ਹੈ ਉਹਦੇ ਬਿਲਕੁਲ ਥੱਲੇ ਹੁੰਦਾ।
ਉਹਦੀ ਟੈਪਿੰਗ ਕਰਦੇ ਸੀ, ਟੈਪ ਕਰੋ ਸੈਂਸਰ ਨਾਲ, ਯੋਗਾ ਚ ਕਹਿੰਦੇ ਨੇ। तो किते ना किते ये सारा वरतारा ਜਿਹੜਾ ਲੀਨੀਅਰ ਗਲੈਂਡ ਤੋਂ ਪਿਟਿਊਟਰੀ ਸਾਰਿਆਂ ਨੂੰ ਕੰਟਰੋਲ ਕਰਦਾ ਹੈ, ਫਿਰ ਅੱਗੇ ਥਾਇਰਾਇਡ, ਫਿਰ ਐਡਰੀਨਲ, ਫਿਰ ਪੈਰਾਥਾਇਰਾਇਡ, ਫਿਰ ਤੁਹਾਡੇ ਸੈਕਸ ਹਾਰਮੋਨਸ, ਇਹ ਸਾਰਾ ਕਿਤੇ ਤੇ ਵਰਤਾਰਾ ਹੈ ਐਡਰੀਨਲ ਗਲੈਂਡ ਦਾ। ਫਿਰ ਆ ਗਿਆ ਤੁਹਾਡਾ ਉਸ ਤੋਂ ਬਾਅਦ ਸੈਕਸ ਹਾਰਮੋਨਸ। ਤੇ ਸੈਕਸ ਹਾਰਮੋਨ ਜਿਹੜੇ ਨੇ, ਮੇਲ ਦੇ ਅੰਦਰ ਟੈਸਟੋਸਟੀਰੋਨ ਹੁੰਦਾ, ਉਹ ਪਤਾਲੂਆਂ 'ਚ ਬਣਦਾ, ਤੇ ਫੀਮੇਲ 'ਚ ਜਿਹੜੇ ਅੰਡਕੋਸ਼ ਨੇ ਉਹਨਾਂ ਦੇ ਅੰਦਰ ਬਣਦੇ ਨੇ ਜਿਹੜੇ ਈਸਟ੍ਰੋਜਨ ਤੇ ਪ੍ਰੋਜੈਸਟਰੋਨ ਤੇ ਹੋਰ ਹਾਰਮੋਨ ਜਿਹੜੇ ਕਾਫੀ ਸਾਰੇ ਹਾਰਮੋਨ ਨੇ, ਮੈਂ ਨਾਂ ਇੱਕ ਦੋ ਲੈ ਰਿਹਾ, ਲੇਕਿਨ ਉਹਦੇ ਨਾਲ ਐਸੋਸੀਏਟਡ ਹਾਰਮੋਨ ਬਹੁਤ ਜ਼ਿਆਦਾ ਹੁੰਦੇ ਆ, ਸੈਂਕੜਿਆਂ ਦੀ ਗਿਣਤੀ ਜਿਹੜੇ ਸਾਰੀ ਬੋਡੀ 'ਚ। ਉਹਨੂੰ ਬਹੁਤਾ ਆਪਾਂ ਨਾਵਾਂ ਚੁਲ ਜਾਂਗੇ ਤਾਂ ਫਿਰ ਗੱਲ ਜਿਹੜੀ ਉਹ ਤੱਤ ਰੂਪ 'ਚ ਜਿਹੜਾ ਉਹ ਨਹੀਂ ਸਮਝ ਆਏਗੀ। ਸੋ ਪਤਾਲੂ ਜਿਹੜੇ ਨੇ ਉਹ ਸੈਕਸ ਹਾਰਮੋਨ ਬਣਾਉਂਦੇ ਜਿਹੜੇ ਮੇਲ ਕਰੈਕਟਰ ਦਿੰਦੇ ਆ। ਇਹ ਬੰਦਾ ਮਰਦ ਹੈ, ਮਰਦ ਦੇ ਜਿੰਨੇ ਫੀਚਰ ਨੇ ਸਾਰੇ ਕਹਿੰਦੇ ਨਿਰਭਰ ਨੇ ਹਾਰਮੋਨ ਸੈਕਸ ਟੈਸਟੋਸਟੀਰੋਨ। ਬੰਦੇ ਦੇ ਪਤਾਲੂ ਕੱਢ ਦਿਓ, ਸਾਰਾ ਮੇਲ ਦਾ ਸਾਰਾ ਕੁਝ ਖਤਮ ਹੋ ਜਾਏਗਾ, ਉਹਦਾ ਫੀਮੇਲ ਲਾਈਕ ਹੋ ਜਾਏਗਾ। ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਮੁੰਡੇ ਕੁੜੀਆਂ ਵਰਗੇ ਹੋ ਰਹੇ ਆ ਬਹੁਤ ਸਾਰੇ, ਕਿਉਂ? ਕਿਉਂਕਿ ਟੈਸਟੋਸਟੇਰੋਨ ਲੈਵਲ ਹੀ ਘੱਟ ਹੈ, ਬਹੁਤ ਮੇਲ ਹਾਰਮੋਨ ਹੀ ਘੱਟ ਹੈ, ਉਹਦੇ ਨਾਲ ਬਹੁਤ ਹੀ ਤਬਾਹੀ ਹੋ ਰਹੀ ਹੈ ਕਿ ਸ਼ੁਕਰਾਣੂਆਂ ਦੀ ਗਿਣਤੀ ਘਟ ਰਹੀ ਹੈ, ਸ਼ੁਕਰਾਣੂਆਂ ਦਾ ਜਿਹੜਾ ਜਿਹਨੂੰ ਕਹਿੰਦੇ ਆ ਐਬਨੋਰਮਲ ਸ਼ੁਕਰਾਣੂ ਜ਼ਿਆਦਾ ਵੱਧ ਰਹੇ ਆ, ਟੁੱਟੇ ਭੱਜੇ ਸ਼ੁਕਰਾਣੂ ਜ਼ਿਆਦਾ ਵੱਧ ਰਹੇ ਆ। ਜਿਹੜਾ ਸੈਕਸ ਦੀ ਵੀਕਨੈਸ ਕਹਿੰਦੇ ਇਹਨੂੰ ਆਪਾਂ, ਈਡੀ ਇਰੈਕਟਾਈਲ ਡਿਸਫੰਕਸ਼ਨ ਬਹੁਤ ਜ਼ਿਆਦਾ ਹੋ ਰਿਹਾ, ਮੇਰੀ ਆਈਪੀ ਹੈ। ਉਹਨੇ ਜਿਹੜੇ ਬੰਦੇ ਨੇ ਮਰਦ ਨੇ ਉਹਨਾਂ 'ਚ ਸਿਰਫ ਇਹ ਨਹੀਂ ਵੀ ਸ਼ੁਕਰਾਣੂਆਂ ਦੀ ਗੱਲ ਹੈ, ਉਹਦੇ ਅੰਦਰ ਜਿਹੜੀ ਉਹ ਮਰਦਾਨਾ ਚੜ੍ਹਦੀ ਕਲਾ ਹੁੰਦੀ ਸੀ ਕਿ ਕਹਿੰਦੇ ਪੁਰਾਣੇ ਜ਼ਮਾਨੇ 'ਚ ਮਸ਼ਹੂਰ ਸੀ, ਇੱਕ ਮਰਦ ਨਹੀਂ ਰੋਂਦੇ ਹੁੰਦੇ, ਔਰਤਾਂ ਦਾ ਕੰਮ ਹੈ। ਤੇ ਉਹ ਜਿਹੜਾ ਸੀਗਾ ਉਹ ਅੱਜ ਕੱਲ੍ਹ ਜਿਹੜੇ ਤੁਹਾਨੂੰ ਰੋਂਦੇ ਹੀ ਮਿਲਣਗੇ ਬੰਦੇ, ਕਿਉਂਕਿ ਅਗਰ ਸੈਕਸ ਹਾਰਮੋਨ ਠੀਕ ਨਹੀਂ ਹੈ ਤਾਂ ਈਡੀ ਹੋ ਜਾਏਗੀ ਤੇ ਬੰਦੇ ਨੂੰ ਇੰਨਾ ਡਿਪਰੈਸ਼ਨ ਹੋਏਗਾ ਕਿ ਉਹਨੂੰ ਇਹ ਲੱਗਦਾ ਮੈਂ ਤਾਂ ਪੂਰਨ ਪੁਰਸ਼ ਹੀ ਨਹੀਂ ਹਾਂ, ਮਰਦ ਹੀ ਨਹੀਂ ਹਾਂ। ਜਿਸ ਬੰਦੇ ਅੰਦਰ ਇਹ ਹੀਣ ਭਾਵਨਾ ਆ ਗਈ ਕਿ ਮੈਂ ਤਾਂ ਅਧੂਰਾ, ਤਾਂ ਵਾਪਸ ਆ ਉਹਦੇ ਅੰਦਰ ਕੀ ਹੋਊਗਾ, ਚਿੰਤਾ ਵੀ ਆਏਗੀ, ਡਿਪਰੈਸ਼ਨ ਵੀ ਆਏਗਾ, ਸਭ ਕੁਛ ਆਏਗਾ। ਉਹ ਵੀ ਵਰਤਾਰਾ ਬਹੁਤ ਜ਼ਿਆਦਾ ਹੋ ਰਿਹਾ। ਉਹ ਵੀ ਹਾਰਮੋਨ ਨੇ, ਮੇਲ ਹਾਰਮੋਨ ਨੇ, ਫੀਮੇਲ ਹਾਰਮੋਨ 'ਚ ਬਹੁਤ ਜ਼ਿਆਦਾ ਪੀਸੀਓਡੀ ਹੋ ਰਹੀ ਹੈ, ਗੱਠਾਂ ਬਣ ਰਹੀਆਂ ਨੇ ਅੰਡਕੋਸ਼ਾਂ ਦੇ ਅੰਦਰ, ਫੀਮੇਲ ਕੋ ਹਾਰਮੋਨ ਘਟ ਰਹੇ ਨੇ, ਕੁੜੀਆਂ ਦੇ ਅੰਦਰ ਵਾਲ ਆ ਰਹੇ ਆ, ਲੱਤਾਂ ਤੇ ਵਾਲ ਨੇ, ਬਾਹਾਂ ਤੇ ਵਾਲ ਨੇ, ਈਵਨ ਫੇਸ ਤੇ ਵਾਲ ਆਉਣ ਲੱਗ ਜਾਂਦੇ ਆ। ਥੋੜੇ ਤੁਸੀਂ ਦੇਖੋਗੇ ਬਹੁਤ ਸਾਰੀ ਲੜਕੀਆਂ ਦੇ ਕੰਨਾਂ ਦੇ ਥੱਲੇ ਤੱਕ ਅੱਧੀ ਦਾੜੀ ਜੀ ਵਰਗਾ ਕੰਮ ਹੋ ਜਾਂਦਾ, ਇੱਥੋਂ ਤੱਕ ਕੰਨਾਂ ਤੇ ਫੁੱਟ ਵਾਲ ਜ਼ਿਆਦਾ ਹੁੰਦੇ ਆ। ਤਾਂ ਉਹ ਸਾਰਾ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਫੀਮੇਲ ਹਾਰਮੋਨ ਦੇ ਡਿਸਟਰਬ ਕਰਦੇ ਆ। ਅੰਦਰ ਜਿਹੜਾ ਹੈ ਫਿਰ ਉਹ ਬੱਚੇ ਪੈਦਾ ਕਰਨ ਦੀ ਸਮਰੱਥਾ ਘਟੇਗੀ, ਬੇਲਾਂ ਦੇ ਜੋੜੇ ਘਟ ਰਹੇ, ਵੱਧ ਰਹੇ ਬਹੁਤ ਜ਼ਿਆਦਾ। ਆ ਜਿਹੜੇ ਤੁਹਾਡੇ IVF ਸੈਂਟਰ ਖੜੇ ਹੋ ਰਹੇ ਆ, ਨਕਲੀ ਬੱਚੇ ਪੈਦਾ ਕਰਨ ਵਾਲੇ, ਨਕਲੀ ਢੰਗ ਨਾਲ ਬੱਚੇ ਪੈਦਾ ਕਰਨ ਵਾਲੇ, ਤੇ ਉਸ ਤੋਂ ਬਾਅਦ ਤੁਹਾਡੇ ਬੱਚੇ ਵਾਸ਼ਨਾਂ ਬਹੁਤ ਹੋ ਰਹੀਆਂ ਨੇ, ਬੱਚਾ ਗਿਰ ਜਾਂਦਾ, ਪਹਿਲਾਂ ਬੱਚਾ ਹੁੰਦਾ ਨਹੀਂ, ਫਿਰ ਗਿਰ ਜਾਂਦਾ, ਜੇ ਨਹੀਂ ਗਿਰਦਾ ਤਾਂ ਧੱਕੇ ਨਾਲ ਖਿੱਚ ਕੇ ਲੈ ਵੀ ਜਾਂਦੇ, ਤਾਂ ਮੁੜ ਕੇ ਬੱਚਾ ਜਿਹੜਾ ਉਹ ਪ੍ਰੀਮੈਚੁਰ ਹੋ ਜਾਂਦਾ, ਸਮਾਜ ਹੋ ਜਾਂਦਾ, ਸਮਾਜ ਨਹੀਂ ਹੋਊਗਾ ਅੱਗੇ ਕਮਜ਼ੋਰ ਹੋਊਗਾ, ਕਮਜ਼ੋਰ ਨਹੀਂ ਹੋਊਗਾ ਤਾਂ ਹੁਣ ਸਾਰ ਮਰ ਜਾਏਗਾ। ਇਹ ਸਾਰਾ ਵਰਤਾਰਾ ਵੱਧ ਰਿਹਾ ਬਹੁਤ ਜ਼ਿਆਦਾ। ਉਹ ਵੀ ਕਹਿੰਦਾ ਭੰਗ ਹੋਏਗਾ, ਕੋਈ ਬੰਦੂ ਨੁਕਸ ਹੋ ਜਾਏਗਾ, ਸਾਰਾ ਵਰਤਾਰਾ ਖਾਲੀ ਕਰਕੇ ਹੋ ਰਿਹਾ। ਇਹ ਫੀਮੇਲ ਹਾਰਮੋਨ ਤੇ ਫੀਮੇਲ ਪ੍ਰਜਨਨ ਅੰਗ ਜਿਹੜੇ ਨੇ ਉਹ ਡਿਸਟਰਬ ਹੋ ਰਹੇ ਨੇ। ਇਹ ਸਾਰੇ ਹਾਰਮੋਨ ਦੀ ਖੇਲ ਹੈ, ਸਾਰੀ ਹਾਰਮੋਨ ਦੀ ਖੇਲ। ਸੋ ਇਹ ਸਾਰਾ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਆਪਾਂ ਦੇਖ ਰਹੇ ਹਾਂ ਸਾਡੇ ਆਲੇ ਦੁਆਲੇ ਵਾਪਰ ਰਿਹਾ। ਹੁਣ ਆਪਾਂ ਆ ਜਾਈਏ ਆਪਾਂ ਦੇ ਕਾਰਨਾਂ ਤੇ। ਇਹ ਕਾਰਨ ਕੀ ਨੇ? ਥਾਇਰਾਇਡ ਸਭ ਤੋਂ ਜ਼ਿਆਦਾ ਦਿਖ ਰਿਹਾ ਕਿਉਂਕਿ ਥਾਇਰਾਇਡ ਨੂੰ ਪੂਰਾ ਕਰਨ ਵਾਲੀ ਇੱਕ ਤਾਂ ਦਵਾਈ ਬਣ ਗਈ ਹੈ, ਅਗਲੇ ਨੂੰ ਵਿਛਣਾ, ਇਸ ਕਰਕੇ ਥਾਇਰਾਇਡ ਨੂੰ ਟੈਸਟ ਕਰਾਉਣ ਦਾ ਵਰਤਾਰਾ ਵੱਧ ਗਿਆ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਹਾਰਮੋਨ ਡਿਸਟਰਬ ਨਹੀਂ ਹੋ ਰਹੇ। ਇਹ ਬਿਲਕੁਲ ਪ੍ਰਭਾਵ ਬਿਲਕੁਲ ਨਾ ਲਿਓ। ਥਾਇਰਾਇਡ ਕਿਉਂ ਜ਼ਿਆਦਾ ਮਸ਼ਹੂਰ ਹੋ ਰਿਹਾ ਹੈ? ਕਿਉਂਕਿ ਥਾਇਰਾਇਡ ਹਾਰਮੋਨ ਜਿਹੜਾ ਹੈ ਇਹਨੂੰ ਦੀ ਗਿਣਤੀ ਕਰਨ ਵਾਲਾ ਵੀ ਸਿਸਟਮ ਆ ਗਿਆ, ਤੇ ਕਿਉਂਕਿ ਦਵਾਈ ਆ ਗਈ ਹੋਈ ਹੈ, ਹੁਣ ਗਿਣਤੀ ਮਿਣਤੀ ਹੋ ਗਈ ਤਾਂ ਹੀ ਦਵਾਈ ਵਰਤੀ ਜਾਏਗੀ ਨਾ। ਇੱਕ ਉਹਦੇ ਕਮਰਸ ਹੈ, ਟ੍ਰੇਡ ਹੈ। ਦੂਜੇ ਹਾਰਮੋਨ 'ਚ ਟ੍ਰੇਡ ਪੋਸੀਬਲ ਨਹੀਂ ਹੋਇਆ ਬਹੁਤਾ।
ਸੋ ਜਿੱਥੇ ਜੇ ਵਪਾਰ ਪੋਸੀਬਲ ਹੈ ਤਾਂ ਉਹਨੂੰ ਫਿਰ ਪਪੂਲਰ ਕਰ ਦਿੰਦੇ ਇਹ ਆਮ ਜੀ ਗੱਲ ਹੈ, ਥਾਇਰਾਇਡ ਟੈਸਟ ਕਰਾਓ ਹਰ ਮਹੀਨੇ। ਹੁਣ ਅਸੀਂ ਕਹਿੰਦੇ ਹਾਂ ਹਰ ਮਹੀਨੇ ਥਾਇਰਾਇਡ ਟੈਸਟ ਕਰਾਓ ਤਾਂ ਕਿ ਥੋੜੀ ਦਵਾਈ ਹੈ ਵਧਾ ਘਟਾ ਲਈਏ। ਤਾਂ ਇਹਦਾ ਮਤਲਬ ਇਹ ਨਹੀਂ ਲੈਣਾ ਚਾਹੀਦਾ ਕਿ ਇਕੱਲਾ ਹਾਰਮੋਨ ਥਾਇਰਾਇਡ ਡਿਸਟਰਬ ਹੋ ਰਿਹਾ, ਇਹੋ ਜਿਹੀ ਕੋਈ ਗਲਤਫਹਿਮੀ ਨਾ ਪਾਓ। ਉਹ ਇਸ ਕਰਕੇ ਜ਼ਿਆਦਾ ਲੱਗ ਰਿਹਾ ਕਿ ਉਹਦੇ ਅੰਦਰ ਵਪਾਰ ਆ ਗਿਆ, ਦਵਾਈਆਂ ਆ ਗਈਆਂ, ਬਹੁਤ ਜ਼ਿਆਦਾ ਦਵਾਈ ਵਰਤੀ ਜਾ ਰਹੀ ਹੈ, ਥੋੜਾ ਖੜਾ ਥਾਇਰਾਇਡ ਦੀਆਂ ਗੋਲੀਆਂ ਖਾਈਆਂ। ਲੇਕਿਨ ਦਾ ਮਤਲਬ ਨਹੀਂ ਕਿ ਐਡਰਨਲ ਡਿਸਟਰਬ ਨਹੀਂ ਹੋ ਰਹੇ। ਐਡਰਨਲ ਡਿਸਟਰਬ ਹੋ ਰਹੇ, ਜਿਹੜਾ ਫਾਈਬਰੋਮਾਈਲਜੀਆ ਹੋ ਰਿਹਾ ਤੇ ਤੁਹਾਡਾ ਜਿਹਨੂੰ ਕਹਿੰਦੇ ਆ ਕ੍ਰੋਨਿਕ ਫਟੀਗ ਸਿੰਡਰੋਮ, ਥੱਕੇ ਰਹਿਣਾ, ਉੱਠਦੇ ਘੰਟੇ ਕੇ ਬਾਅਦ 2 ਘੰਟੇ ਬਾਅਦ ਸਾਨੂੰ ਲੱਗਦਾ ਜਾਣ ਪੜ੍ਹਨੀ ਹੈ, ਕੰਮ ਕਰਨ ਨੂੰ ਜੀ ਨਹੀਂ ਕਰ ਰਿਹਾ, ਬੱਸੀਆਂ ਜਾ ਰਹੀਆਂ ਨੇ। ਕੋਈ ਬੰਦਾ ਚਾਹ ਪੀਂਦਾ ਹੈ, ਕੋਈ ਕਾਫੀ ਪੀਂਦਾ ਹੈ, ਸਿਗਰਟ ਪੀਂਦਾ ਹੈ, ਕੋਈ ਬੀੜੀ ਪੀਂਦਾ ਹੈ, ਜਰਦਾ ਲਾਉਂਦਾ ਹੈ, ਕੁਝ ਨਾ ਕੁਝ ਖੇਸ ਕਰਨਾ ਪੈਂਦਾ ਤਾਂ ਜਾ ਕੇ ਘੜੀਸ ਕੇ 8-10 ਘੰਟੇ ਬਾਅਦ ਪੂਰੇ ਹੁੰਦੇ। ਕ੍ਰੋਨਿਕ ਫਟੀਗ ਸਿੰਡਰੋਮ ਤੇ ਫਾਈਬਰੋਮਾਈਲਜੀਆ, ਸਰੀਰ ਇੱਧਰ ਟੁੱਟ ਰਿਹਾ, ਕੋਈ ਪਤਾ ਨਹੀਂ, ਕੋਈ ਖਾਸ ਦਰਦ ਨਹੀਂ ਕਿ ਅੰਗ ਦਾ ਇੱਧਰ ਵੀ ਦੁਖ ਰਿਹਾ, ਇੱਧਰ ਵੀ ਦੁਖ ਰਿਹਾ, ਲੱਤਾਂ ਵੀ ਦੁਖ ਰਹੀਆਂ ਨੇ, ਬਾਹਾਂ ਵੀ ਦੁਖ ਰਹੀਆਂ ਨੇ, ਮੋਢੇ ਵੀ ਦੁਖ ਰਹੇ ਨੇ, ਬੋਡੀ ਐਕਸ। ਮੁੜ ਕੇ ਫਿਰ ਕੋਈ ਬੰਦਾ ਪੈਰਾਸਟਾਮੋਲ ਖਾਣ ਲੱਗ ਜਾਂਦਾ ਹੈ, ਕੋਈ ਪਹਿਲਾਂ ਪੁਰਾਣੇ ਜ਼ਮਾਨੇ 'ਚ ਹੁੰਦੀ ਸੀ, ਪਹਿਲਾਂ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਸੀ ਐਸਪਰੋ, ਸੈਰੀਡੋਨ, ਇਹੋ ਜਿਹੀਆਂ ਦਵਾਈਆਂ ਬਹੁਤ ਹੁੰਦੀਆਂ ਸੀ, ਐਨਾਸੀਨ ਉਹੀ ਕੁਛ ਹੁੰਦਾ ਸੀਗਾ, ਪਪੂਲਰ ਨਾਂ ਸੀ ਉਹਨਾਂ ਦੇ ਜਿਹੜੇ ਦੁਕਾਨਾਂ ਤੇ ਵਿਕਦੇ ਹੁੰਦੇ ਸੀਗੇ। ਵੀ ਐਨਾਸੀਨ ਦੀ ਗੋਲੀ ਲਿਆ, ਉਹ ਆਮ ਜਿਹੜੇ ਨੂੰ ਪਤਾ ਹੁੰਦਾ ਸੀ, ਐਨਾਸੀਨ, ਐਸਪਰੋ, ਸੈਰੀਡੋਨ, ਉਹ ਜਾ ਕੇ ਖਾਂਦੇ ਸੀ। ਕੀ ਹੁੰਦਾ ਸੀਗਾ ਕਿ ਸ਼ਾਮ ਤੱਕ ਜਦੋਂ ਤੱਕ ਭੁੱਖ ਨਿਕਲ ਜਾਂਦੀ ਸੀ, ਐਡਰਨਲ ਦਾ ਕੋਟਾ ਖਤਮ ਹੋ ਜਾਂਦਾ ਸੀਗਾ, ਜਿੰਨੇ ਕੁ ਬਣੇ ਹੁੰਦੇ ਸੀ ਮਾੜੇ ਮੋਟੇ ਵਰਤ ਲੈਂਦਾ ਸੀ, ਉਹ ਮੁੜ ਕੇ ਫਿਰ ਉਹ ਨਾਲ ਸੈਰੀਡੋਨ ਦੀ ਗੋਲੀ ਖਾ ਕੇ ਚਾਹ ਦੇ ਨਾਲ ਫਿਰ ਰਾਤ ਤੱਕ ਮਸਲ ਸਰੀਰ ਖੜਦਾ ਸੀ। ਉਹ ਕੈਮੀਕਲ ਕੋਈ ਵੀ ਖਾਓਗੇ ਉਹਦਾ ਸਾਈਡ ਇਫੈਕਟ ਹੋਏਗਾ। ਸਭ ਤੋਂ ਸੌਖਾ ਸਾਈਡ ਇਫੈਕਟ ਤੇ ਅਧਿਕ ਸਾਈਡ ਇਫੈਕਟ ਹੈ ਕਿ ਤੁਹਾਡੀ ਉਮਰ ਘੱਟ ਜਾਏਗੀ। ਜੇ ਤੁਸੀਂ 100 ਸਾਲ ਜਿਉਣਾ 90 ਜਿਓਗੇ, ਜਾਂ 90 ਜਿਉਣਾ 80 ਜਿਓਗੇ, ਜਾਂ 80 ਜਿਉਣਾ 70 ਜਿਓਗੇ, 10-15 ਸਾਲ 20 ਸਾਲ ਉਮਰ ਘੱਟ ਜਾਏਗੀ ਚੁੱਪ ਚਪੀਤੇ। ਤੁਹਾਨੂੰ ਇਹ ਲੱਗੂ ਕਿ ਤੁਸੀਂ ਠੀਕ ਠਾਕ ਹੀ ਹੋ, ਤੇ ਬਾਅਦ ਤੁਸੀਂ ਸੋਚੋਗੇ 70 ਸਾਲ ਜਿਉਂਦਾ ਉਹਦਾ ਬੰਦਾ, 70 ਘੱਟ ਗਿਆ ਥੋੜਾ, ਬੜੀ 70 ਸਾਲ ਦੀ ਉਮਰ। ਲੇਕਿਨ ਕੁਦਰਤ ਨੇ ਸਾਨੂੰ ਨਹੀਂ ਬਣਾਇਆ 70 ਸਾਲ ਹੀ, ਸਾਨੂੰ ਕੁਦਰਤ ਨੇ ਬਣਾਇਆ 100+ ਲਈ। 125 ਸਾਲ ਕਹਿੰਦੇ ਸਾਇੰਟਿਸਟ, 125 ਸਾਲ ਲਈ ਸਰੀਰ ਬਣਿਆ ਹੋਇਆ। ਜੇ ਸੰਭਾਲ ਕੇ ਰੱਖਿਆ ਜਾਵੇ, ਬਿਲਕੁਲ ਜਵਾਨੀ ਤੋਂ ਬਚਪਨ ਤੋਂ ਅਗਰ ਸਰੀਰ ਸੰਭਾਲ ਲਈਏ ਤਾਂ ਹਰ ਵਿਅਕਤੀ 100 ਕ੍ਰਾਸ ਕਰੇਗਾ। ਉਹ 'ਚ ਬਹੁਤ ਸਾਰੇ ਵਿਅਕਤੀ ਜਿਹੜੇ ਨੇ ਉਹ 120, 25, 30 ਤੱਕ ਜਾ ਸਕਦੇ ਆ ਬੜੇ ਆਰਾਮ ਨਾਲ। ਉਹਦਾ ਫਾਇਦਾ ਹੋਏਗਾ ਸਮਾਜ ਨੂੰ, ਕਿਉਂਕਿ ਸਮਾਜ ਦੇ ਅੰਦਰ ਜਿਹੜਾ ਕੋਈ ਤਜਰਬਾ ਹੁੰਦਾ, ਜਿਹੜਾ ਤਜਰਬੇਕਾਰ ਲੋਕਾਂ ਦਾ ਹੋਣਾ ਬਹੁਤ ਕਮਾਲ ਦਾ ਵਰਤਾਰਾ ਸਮਾਜ ਦੇ ਅੰਦਰ। ਚਾਹੇ ਬਜ਼ੁਰਗ ਕੁਛ ਵੀ ਨਾ ਕਰ ਸਕਣ, ਸਿਰਫ ਆਪਣੀ ਜ਼ੁਬਾਨ ਚਲਾ ਦੇਣਾ ਕਿ ਪੁੱਤਰ ਏਦਾਂ ਕਰ ਲੈ, ਕਿਉਂ? ਕਿਉਂਕਿ ਉਹਦਾ ਬੜਾ ਅਮੀਰ ਤਜਰਬਾ, ਉਹਨੇ ਮਾੜੀ ਜ਼ੁਬਾਨ ਚਲਾਉਣੀ ਹੈ ਵੀ ਪੁੱਤਰ ਏਦਾਂ ਕਰ ਲੈ, ਬਸ ਇੰਨਾ ਹੀ ਬਹੁਤ ਹੈ। ਸੋ ਜਿਹੜੇ ਸੀਨੀਅਰਸ ਦਾ ਪੂਰੀ ਉਮਰ ਭੋਗਣਾ ਸਮਾਜ ਦਾ ਇੱਕ ਬਹੁਤ ਹੈਲਦੀ ਵਰਤਾਰਾ ਹੁੰਦਾ, ਸਿਹਤਮੰਦ ਵਰਤਾਰਾ ਹੁੰਦਾ, ਜਿਹੜਾ ਕਿ ਸਾਨੂੰ ਬਹੁਤ ਜ਼ਰੂਰੀ ਹੁੰਦਾ ਕਰਨਾ। ਇਸ ਕਰਕੇ ਆਪਾਂ ਇਹ ਨਾ ਸਮਝੀਏ ਕਿ ਜੇ ਬਜ਼ੁਰਗ ਰਿਟਾਇਰ ਹੋ ਗਿਆ ਨੌਕਰੀ ਚੋਂ ਤਾਂ ਵੀ ਕੰਡਮ ਹੋ ਗਿਆ, ਜਾਨੀ ਖੇਤਾਂ ਵਾਲਾ ਕੰਮ ਨਹੀਂ ਕਰਨ ਜੋਗਾ ਤਾਂ ਹੁਣ ਕੰਡਮ ਹੋ ਗਿਆ। ਉਹਦਾ ਘਰ ਡਿਊਟੀ 'ਚ ਪਿਆ ਵੀ ਸੋਨਾ ਹੈ, ਉਹ ਜਿੰਨੀ ਸੇਵਾ ਕਰਾਂਗੇ ਕੁਛ ਨਾ ਕੁਛ ਤਾਂ ਉਹ ਦੇ ਹੀ ਜਾਊਗਾ। ਉਹਦੀ ਹਾਜ਼ਰੀ ਬੜੀ ਜ਼ਰੂਰੀ ਹੁੰਦੀ ਹੈ। ਸੋ ਇਹ ਜਿਹੜਾ ਵਰਤਾਰਾ ਹੈ ਪੂਰੀ ਉਮਰ ਭੋਗਣ ਵਾਲਾ, ਇਹ ਕਿਤੇ ਨਾ ਕਿਤੇ ਸਾਨੂੰ ਇਸ ਹਾਰਮੋਨ ਦੇ ਸਿਰ ਤੇ ਅਸੀਂ ਕਰਨਾ ਹੁੰਦਾ। ਕਾਰਨਾਂ ਤੇ ਆਈਏ ਤਾਂ ਕਾਰਨਾਂ ਦੇ ਵਿੱਚ ਆਪਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਰੀਰ ਜਿਹੜਾ ਹੈ, ਕਿਉਂਕਿ ਇਹ ਕੁਦਰਤ ਨਾਲ ਜੁੜਿਆ ਹੋਇਆ, ਹਵਾ ਪਾਣੀ ਮਿੱਟੀ ਨਾਲ ਜੁੜਿਆ ਹੋਇਆ। ਜੋ ਹਵਾ ਪਾਣੀ ਮਿੱਟੀ ਬਾਹਰ ਆ ਗਈ ਅੰਦਰ ਹੈ, ਤਾਂ ਜੋ ਹਵਾ ਪਾਣੀ ਮਿੱਟੀ ਜੇ ਜ਼ਹਿਰੀਲਾ ਹੋਏਗਾ ਤਾਂ ਫੂਡ ਚੇਨ ਵੀ ਜ਼ਹਿਰੀਲੀ ਹੋਏਗੀ, ਖੁਰਾਕ ਜ਼ਹਿਰੀਲੀ ਹੋਏਗੀ, ਖੁਰਾਕ ਜ਼ਹਿਰੀਲੀ ਹੋਏਗੀ ਤੇ ਨਾਲ ਸਾਡਾ ਹਵਾ ਪਾਣੀ ਵੀ ਜ਼ਹਿਰੀਲਾ, ਤਾਂ ਰਲ ਮਿਲ ਕੇ ਸਾਡੀ ਬਾਡੀ ਜਿਹੜੀ ਹੈ ਜ਼ਹਿਰ ਨਾਲ ਭਰ ਜਾਂਦੀ ਹੈ। ਤਾਂ ਹੋ ਚੁੱਕਿਆ ਸਾਡੇ ਸਮਾਜ ਦੇ ਅੰਦਰ ਪਹਿਲਾਂ ਹੀ ਹੋ ਚੁੱਕਿਆ ਹੈ ਕਿ ਪੂਰੇ ਸਾਡੇ ਸਰੀਰ, ਇਕੱਲੇ ਸਾਡੇ ਸਰੀਰ ਨਹੀਂ, ਆਸੇ ਪਾਸੇ ਜੀਵ ਜੰਤੂਆਂ ਦੇ ਸਰੀਰ, ਮਿੱਟੀ, ਪਾਣੀ, ਹਵਾ, ਸਾਰੇ ਫੂਡ ਚੇਨ ਜ਼ਹਿਰ ਨਾਲ ਭਰੀ ਪਈ ਹੈ। ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਸੈਂਕੜੇ ਜ਼ਹਿਰ। ਸਭ ਤੋਂ ਵੱਡਾ ਵਰਤਾਰਾ ਇਹ ਹੈ। ਨੰਬਰ 2 ਦੇ ਕਾਰਨ ਉਹਦਾ ਹੈਗਾ ਸਾਡਾ ਜਿਹੜਾ ਫੂਡ ਹੈ ਉਹਨੂੰ ਬਹੁਤ ਜ਼ਿਆਦਾ ਸਿਸਟਮੈਟਿਕਲੀ ਵਪਾਰੀਕਰਨ ਨੇ, ਸਰਮਾਏਦਾਰੀ ਨੇ
ਕੰਪਨੀਆਂ ਨੇ ਬਹੁਤ ਬੁਰੀ ਤਰ੍ਹਾਂ ਮਧੋਲ ਦਿੱਤਾ। ਅਸੀਂ ਕੁਦਰਤ ਦੇ ਬੱਚੇ ਹਾਂ ਤਾਂ ਸਾਨੂੰ ਕੁਦਰਤ ਤੋਂ ਆਇਆ ਖਾਣਾ ਖਾ ਕੇ ਸਿਹਤਮੰਦ ਰਵਾਂਗੇ। ਅਸੀਂ ਉਸ ਕੁਦਰਤ ਦੇ ਇੱਕ ਛੋਟੇ ਜਿਹੇ ਕਣ, ਕੁਦਰਤ ਬਹੁਤ ਵਿਸ਼ਾਲ ਹੈ, ਕੁਦਰਤ ਦੇ ਸਿਰ ਤੇ ਸਹੀ ਚੱਲਦੇ ਆ। ਪਰਮਾਤਮਾ ਹੈ, ਪੂਰਾ ਬ੍ਰਹਿਮੰਡੀ ਊਰਜਾ ਜਿਹੜੀ ਹੈ, ਖਾਲੀ ਆਕਾਸ਼ ਹੈ, ਤੇ ਸੂਰਜ ਦੀ ਊਰਜਾ ਹੈ, ਤੇ ਸੂਰਜ ਦੇ ਅੰਦਰ ਕੇ ਧਰਤੀਆਂ ਨੇ, ਧਰਤੀਆਂ ਦੇ ਅੰਦਰ ਕੁਦਰਤੀ ਵਾਸਾ, ਕੁਦਰਤ ਦਾ ਵਾਸਾ ਹੈ, ਕੁਦਰਤ ਦੇ ਮਿੱਟੀ ਪਾਣੀ ਹਵਾ ਹੈ, ਉਹ ਸਾਰਾ ਦਾ ਸਾਰਾ ਅਸੀਂ ਇੱਕ ਉਹਦੀ ਪੈਦਾਵਾਰ ਦੇ ਬੱਚੇ ਆ। ਜੋ ਕੁਦਰਤ ਵਰਤ ਕਰੋਗੇ ਉਹੀ ਕੁਛ ਹੋ ਜਾਏਗਾ, ਉਹੀ ਤੁਹਾਡੇ ਨਾਲ ਹੋਵੇਗਾ। ਇਸ ਕਰਕੇ ਉਸ ਵਰਤਾਰੇ ਨੂੰ ਸਮਝਣਾ ਚਾਹੀਦਾ। ਜਿਹੜਾ ਇਹ ਵਪਾਰੀਕਰਨ ਹੋਇਆ, ਉਹਨੇ ਪਹਿਲੀ ਗੱਲ ਤਾਂ ਖੇਤੀ ਖਰਾਬ ਕੀਤੀ, ਸਾਡੀ ਤਹਿਸ ਨਹਿਸ ਕਰਤੀ ਖੇਤੀ। ਉਸ ਤੋਂ ਬਾਅਦ ਖੇਤੀ ਤੋਂ ਬਾਅਦ ਵੀ ਫਿਰ ਕਸਰ ਮਾੜੀ ਮੋਟੀ ਰਹਿ ਗਈ ਸੀਗੀ, ਤਾਂ ਫਿਰ ਉਹਨੇ ਜਿਹੜਾ ਖਾਣਿਆਂ ਨੂੰ ਦਸਨਤੀਕਰਨ ਕਰਤਾ। ਉਹ ਜਿਹੜਾ ਉਹਨਾਂ ਦਾ ਲਾਲਚ ਇੰਨਾ ਜ਼ਿਆਦਾ ਹੈ ਕਿ ਉਹ ਫ੍ਰਿਜ ਬਣਾ ਕੇ ਤੇ ਜਿਹੜੀਆਂ ਕਾਰਾਂ ਬਣਾ ਕੇ ਤੇ ਮੋਟਰਸਾਈਕਲ ਬਣਾ ਕੇ ਨਹੀਂ ਰੱਜੇ। ਉਹਨਾਂ ਦਾ ਕੋਸ਼ਿਸ਼ ਹੈ ਕਿ ਫੂਡ ਤੇ ਕਬਜ਼ਾ ਕਰੋ, ਖੇਤੀ ਤੇ ਕਬਜ਼ਾ ਕਰੋ। ਉਹਦਾ ਫੂਡ ਤੇ ਖੇਤੀ ਤੇ ਕਬਜ਼ਾ ਕਰਨ ਦੇ ਵਿੱਚ ਦੋ ਚੀਜ਼ਾਂ ਨੇ, ਫੂਡ ਇੰਡਸਟਰੀ ਤੇ ਐਗਰੀਕਲਚਰ। ਖੇਤੀ ਤੇ ਜਿਹੜਾ ਸਨਅਤ ਹੈ ਜਿਹੜੀ ਖਾਣੇ ਦੀ, ਉਹਨੇ ਕੀਤਾ ਵੀ ਖੇਤਾਂ 'ਚੋਂ ਕੋਈ ਵੀ ਖਾਣਾ ਸਿੱਧਾ ਗਾਹਕ ਤੱਕ ਨਾ ਪਹੁੰਚੇ, ਉਹਦੇ ਵਿੱਚ ਨਾਲੇ ਸਾਡਾ ਹਿੱਸਾ ਜ਼ਰੂਰ ਹੋਣਾ ਚਾਹੀਦਾ। ਉਹਨੂੰ ਫੂਡ ਨੂੰ ਚੱਕਦੇ ਆ, ਉਹਨੂੰ ਫੈਕਟਰੀ 'ਚ ਲੈ ਜਾਂਦੇ ਆ, ਉਹਦੇ ਨਾਲ ਖੇਤ ਖਲਵਾੜ ਕਰਦੇ ਆ, ਉਹਨੂੰ ਰੰਗ ਬਿਰੰਗੇ ਪੂਰੇ ਦਿਲਕਸ਼ ਡੱਬਿਆਂ 'ਚ ਬੰਦ ਕਰਕੇ ਲੈ ਕੇ ਸਟੋਰਾਂ 'ਚ ਧਰ ਦਿੰਦੇ ਆ। ਔਰ ਸਾਨੂੰ ਇਹ ਲੱਗਦਾ ਵੀ ਇਹ ਤਾਂ ਬਹੁਤ ਹੀ ਤਕੜੇ ਫੂਡ ਨੇ। ਅਸੀਂ ਬੜੇ ਚੌੜੇ ਹੋ ਕੇ ਬੱਚੇ ਜਾਂਦੇ ਨੇ, ਕਿੰਨੇ ਚਾਅ ਨਾਲ ਉਹ ਉੱਥੇ ਸਟੋਰ 'ਚ ਜਾ ਕੇ ਬੜੇ ਉਛਲ ਪੈਣਗੇ ਵੀ ਆਹ ਵੀ ਚੱਕ ਲਾਂ, ਮੈਂ ਆਹ ਵੀ ਚੱਕ ਲਾਂ, ਮੈਂ ਵੀ ਚੱਕ ਲਾਂ, ਚੱਕ ਕੇ ਲੈ ਆਉਂਦੇ ਅਸੀਂ ਘਰ। ਉਹ ਅਸੀਂ ਸੋਚਦੇ ਨਹੀਂ ਹਾਂ ਕਿ ਅਸੀਂ ਵੀ ਜੇਬ 'ਚੋਂ ਪੈਸਾ ਖਰਚ ਕੇ ਉਹ ਲੈ ਰਹੇ ਹਾਂ ਜਿਹੜਾ ਕਿ ਜ਼ਹਿਰ ਹੈ। ਸਾਰੇ ਦੇ ਸਾਰੇ ਖਾਣੇ ਜਿਹੜੇ ਨੇ ਇੰਡਸਟਰੀਅਲ ਫੂਡਸ ਨੇ, ਉਹ ਪੋਇਜ਼ਨ ਨੇ, ਪੋਇਜ਼ਨਸ ਨੇ, ਵਿਦਆਊਟ ਐਕਸੈਪਸ਼ਨ। ਕੋਈ ਉਹਦੇ 'ਚ ਕੋਈ ਨਹੀਂ ਕਹਿ ਸਕਦਾ ਵੀ ਫਲਾਣਾ ਨਹੀਂ ਹੈ। ਇੰਡਸਟਰੀ ਇੱਦਾਂ ਦੀ ਹੋ ਗਈ ਹੈ ਕਿ ਉਹਨੇ ਕੁਛ ਨਾ ਕੁਛ ਸੁਆ ਕੇ ਪਾ ਦੇਣਾ, ਚਾਹੇ ਉਹ ਰਿਫਾਈਨਡ ਤੇਲ ਨੇ, ਚਾਹੇ ਉਹ ਡਾਲਡਾ ਘੀ ਹੈ, ਚਾਹੇ ਉਹ ਦਾਣੇਦਾਰ ਚੀਨੀ ਹੈ, ਚਾਹੇ ਰਿਫਾਈਨਡ ਨਮਕ ਹੈ, ਚਾਹੇ ਭਾਂਤ ਦੇ ਫੂਡ ਦੇ ਜਿਹੜੇ ਪੈਕਟਸ ਨੇ ਉਹ ਨੇ, ਉਹਦੇ ਅੰਦਰ ਕੋਈ ਨਾ ਕੋਈ ਕੈਮੀਕਲ ਠੋਕ ਦਿੰਦੇ ਨੇ, ਕੋਈ ਨਾ ਕੋਈ ਅਸੀਂ ਐਸੇ ਢੰਗ ਨਾਲ ਪ੍ਰੋਸੈਸ ਕਰਦੇ ਆ ਕਿ ਉਹਦੀ ਫੂਡ ਵੈਲਿਊ ਖਰਾਬ ਹੋ ਜਾਏ, ਤੇ ਉਹਦੇ ਨਾਲ ਡਰੱਗ ਇੰਡਸਟਰੀ ਜੁੜ ਗਈ। ਡਰੱਗ ਇੰਡਸਟਰੀ ਤੇ ਫੂਡ ਇੰਡਸਟਰੀ, ਗਲਤ ਖਾਣਾ ਖਵਾ ਕੇ ਬਿਮਾਰ ਕਰੋ ਤੇ ਗਲਤ ਦਵਾਈਆਂ ਦੇ ਕੇ ਉਹਨੂੰ ਰਾਜੀ ਕਰਨ ਦਾ ਇੱਕ ਦਿਓ ਲੋਲੀਪੌਪ ਕਿ ਤੂੰ ਰਾਜੀ ਹੋ ਜਾਏਗਾ। ਰਾਜੀ ਹੋਣੇ ਉਹਦੇ ਨਾਲ ਵੀ ਨਹੀਂ ਹੋਣਾ, ਉਹ ਵੀ ਕੈਮੀਕਲ ਨੇ। ਫੂਡ ਇੰਡਸਟਰੀ ਤੇ ਡਰੱਗ ਇੰਡਸਟਰੀ ਨਾਲ ਖੇਤੀ, ਬਸ ਇਹ ਹੁਣ ਪਤਾ ਵੀ ਇਹ ਸਾਡਾ ਧੰਦਾ ਕਦੀ ਫੇਲ ਹੋਣ ਵਾਲਾ ਨਹੀਂ ਹੈ। ਕਾਰਾਂ ਕਿੰਨੀਆਂ ਕੁ ਲੋਕ ਲੈ ਲੈਣਗੇ, ਫ੍ਰਿਜ ਕਿੰਨੇ ਕੁ ਲੈ ਲੈਣਗੇ, ਮੋਟਰਸਾਈਕਲ ਕਿੰਨੇ ਕੁ ਲੈ ਲੈਣਗੇ, ਸੀਮਾ ਉਹਦੀ। ਉਹਨਾਂ ਕੋਲ ਪੈਸਾ ਇੰਨਾ ਇਕੱਠਾ ਹੋ ਗਿਆ ਕਿ ਹੁਣ ਉਹ ਐਗਰੀਕਲਚਰ ਦੇ ਉੱਪਰ, ਡਰੱਗ ਫਾਰਮਾ ਕੰਪਨੀਆਂ ਤੇ ਫੂਡ ਇੰਡਸਟਰੀ, ਇਹ ਤਿੰਨਾਂ ਦੇ ਉੱਪਰ ਨਿਰਭਰ ਨੇ। ਹੁਣ ਲੋਕ ਵਾਰ ਵੀ ਨਹੀਂ ਚਾਹੁੰਦੇ। ਉਹ ਪਹਿਲਾਂ ਜੰਗ ਦੇ ਸਿਰ ਤੇ ਲੋਕਾਂ ਨੂੰ ਲੁੱਟਿਆ, ਟੈਂਕ ਤੇ ਜਹਾਜ਼ ਵੇਚ ਕੇ ਤੇ ਬੰਬ ਵੇਚ ਕੇ ਲੋਕਾਂ ਨੂੰ ਆਪਸ 'ਚ ਨਫ਼ਰਤਾਂ ਫੈਲਾ ਕੇ, ਲੋਕਾਂ ਨੂੰ ਕੰਟਰੀਜ਼ ਨੂੰ ਲੜਾ ਕੇ। ਉਹ ਹੁਣ ਲੋਕ ਸਿਆਣੇ ਹੋ ਗਏ, ਲੜਦੇ ਹੀ ਨਹੀਂ ਹੈ। ਫੌਜੀ ਕੁਐਸਚਨ ਕਰਨ ਲੱਗੇ। ਹੁਣ ਅਮਰੀਕਾ ਨੂੰ ਨਿਕਲਣਾ ਪਿਆ ਨਾ ਅਫਗਾਨਿਸਤਾਨ 'ਚੋਂ, ਨਿੱਕਾ ਜਿਹਾ ਦੇਸ਼ ਆ ਉਹ, ਐਡਾ ਵੱਡਾ ਪਾਵਰ ਦੁਨੀਆ ਦੀ, ਲੇਕਿਨ ਮੂੰਹ ਦਿਖਾ ਕੇ ਨਿਕਲੇ। ਪਹਿਲਾਂ ਵੀ ਨਿਕਲ ਚੁੱਕੇ, ਵੀਅਤਨਾਮ 'ਚੋਂ ਨਿਕਲੇ, ਇਰਾਕ 'ਚੋਂ ਨਿਕਲੇ। ਤਾਂ ਇਹ ਕੀ ਹੁੰਦਾ ਕਿ ਯੁੱਗ ਜਾ ਰਿਹਾ, ਜੰਗਾਂ ਦਾ ਯੁੱਗ ਜਾ ਰਿਹਾ। ਜੰਗ ਵਾਰ ਇੰਡਸਟਰੀ ਜਿਹੜੀ ਆ ਉਹ ਅਲਟੀਮੇਟਲੀ ਉਹਦੇ 'ਚ ਖੜੋਤ ਆ ਗਈ ਤੇ ਲੋਕ ਵਾਰ ਇੰਡਸਟਰੀ ਖਰੀਦਦੇ ਹੀ ਨਹੀਂ। ਉਹ ਪਹਿਲੇ ਪਈ ਸਾਡੇ ਕੋਲ ਵਰਤੀ ਨਹੀਂ ਜਾਂਦੀ, ਅੱਗੇ ਉਹੀ ਚੀਜ਼ ਲਊਗਾ ਨਾ ਬੰਦਾ, ਹੋਰ ਜਿਹੜੀ ਵਰਤੀ ਜਾਏਗੀ। ਇਹ ਬੰਬ ਜਿਹੜੇ ਬਣਾ ਲਏ, ਜਹਾਜ਼ ਜਿਹੜੇ ਲੜਾਈ ਵਾਲੇ ਲੈ ਲਏ, ਉਹ ਕਿੰਨੇ ਘਸਪਿਟ ਜਾਣਗੇ। ਚਲੋ ਵੀ ਟੈਂਕ ਹੈ, ਉਹ ਸੀਮਾ ਉਹਦੀ। ਫੌਜੀ ਸਿਆਣੇ ਹੋ ਰਹੇ ਹੋ, ਫੌਜੀ ਵੀ ਉਹੀ ਸੋਸ਼ਲ ਮੀਡੀਆ ਵਰਤਦੇ ਆ, ਹੋਰ ਵਰਤਦੇ ਆ। ਉਹ ਅਸੀਂ ਕਾਹਦੇ ਲਈ ਲੜੀਏ ਆਪਸ ਕੋਈ ਸਾਨੂੰ ਲੜਾਈ ਜਾਂਦੇ। ਇਸ ਕਰਕੇ ਵਾਰ ਇੰਡਸਟਰੀ ਹੈ ਨਹੀਂ। ਹੁਣ ਇੰਡਸਟਰੀ ਕਿਹੜੀ ਰਹਿ ਗਈ? ਐਗਰੀਕਲਚਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤੁਹਾਡੇ ਸਾਹਮਣੇ ਜੋ ਕੁਛ ਹੋ ਰਿਹਾ ਉਹ ਤਾਂਡਾ ਮਿੰਟ ਅਸੀਂ ਦੇਖ ਰਹੇ ਹਾਂ ਸਾਡੇ ਆਲੇ ਦੁਆਲੇ ਹੁੰਦਾ। ਫੂਡ ਇੰਡਸਟਰੀ ਉਹਨੂੰ ਉੱਤੇ ਕਬਜ਼ਾ ਹੈ ਪਹਿਲਾਂ ਹੀ ਆਲਰੇਡੀ ਇਹਨਾਂ ਦਾ। ਸਾਡਾ ਬਹੁਤ ਜਿਹੜਾ ਛੋਟਾ ਸੈਕਟਰ ਹੈ ਉਹਦਾ ਬਹੁਤ ਥੋੜਾ ਹੈ, ਜਿੰਨਾ ਹੈਗਾ ਉਹਨੂੰ ਮਾਰਨਾ ਚਾਹੁੰਦੇ ਆ। ਸਮਾਲ ਸਕੇਲ ਸੈਕਟਰ ਇਸੇ ਕਰਕੇ ਮਾਰਨਾ ਚਾਹੁੰਦੇ ਆ ਰਹੇ ਸੈਕਟਰ ਕਿ ਉਹ ਵੱਡੇ ਸੈਕਟਰ ਨੂੰ ਚੱਲਣ ਨਹੀਂ ਦਿੰਦਾ। ਛੋਟੇ ਸਟੋਰਾਂ ਨੂੰ ਮਾਰਨਾ ਚਾਹੁੰਦੇ, ਛੋਟੀਆਂ ਦੁਕਾਨਾਂ ਨੂੰ ਮਾਰਨਾ ਚਾਹੁੰਦੇ। ਤੇ ਫਿਰ ਡਰੱਗ ਇੰਡਸਟਰੀ ਜਿਹਨੂੰ ਲੱਗਦਾ ਫੇਲ ਹੋ ਜਾਣੀ ਸਾਡੀ, ਕਿਉਂਕਿ ਲੋਕ ਚੇਤਨ ਹੋ ਰਹੇ ਆ, ਲੋਕ ਨੂੰ ਸਮਝ ਆ ਰਹੀ ਕਿ ਖਾਣੇ ਨਾਲ ਤੇ ਲਾਈਫ ਸਟਾਈਲ ਠੀਕ ਕਰਕੇ ਰਾਜੀ ਰਿਹਾ ਜਾ ਸਕਦਾ। ਉਹ ਦਵਾਈਆਂ ਤੋਂ ਵੀ ਖਾ ਕੇ ਲੋਕ ਪੱਕੇ ਪਏ। ਹੁਣ ਉਹਨਾਂ ਨੂੰ ਇਹ ਵੀ ਲੱਗਦਾ ਕਿ 20-25 ਸਾਲਾਂ 'ਚ
ਅਸੀਂ ਕਹਿ ਰਹੇ ਹਾਂ ਕਿ ਅਸੀਂ 20-25 ਸਾਲਾਂ 'ਚ ਇਹੋ ਜਿਹੀ ਸਟੇਜ ਲਿਆਉਣੀ ਹੈ ਜਿੱਥੇ ਕਿ ਇਹ ਸਾਰੀਆਂ ਬਿਮਾਰੀਆਂ ਭਵਿੱਖ ਦੀਆਂ ਬਿਮਾਰੀਆਂ ਹਨ, ਭੂਤ ਦੀਆਂ ਬਿਮਾਰੀਆਂ ਹੋ ਜਾਣਗੀਆਂ ਪਾਸਟ ਦੀਆਂ। ਲੋਕ ਕਿਆ ਕਰਨਗੇ ਵੀ ਸ਼ੂਗਰ ਵੀ ਬੜੇ ਵੱਡੇ ਪੱਧਰ ਤੇ ਹੁੰਦੀ ਸੀ, ਉਹ ਜਿਹੜੀ BP ਬੜਾ ਹੁੰਦਾ ਸੀ ਪਹਿਲਾਂ, ਫਲਾਣੀ ਹਾਰਟ ਦੀ ਬਿਮਾਰੀ ਬਹੁਤ ਸੀ, ਏਦਾਂ ਦੀ ਗੱਲ ਹੋਣ ਲੱਗ ਜਾਣਗੀਆਂ 25-30 ਸਾਲ 'ਚ। ਇਹ ਉਹਨਾਂ ਨੂੰ ਵੀ ਪਤਾ। ਹੁਣ ਨਵੇਂ ਭੂਤ ਲਿਆ ਰਹੇ ਵੈਕਸੀਨ ਖਿਲਾਉਣ, ਵੈਕਸੀਨ ਦੀ ਗੱਲ ਸਮਝ ਨਹੀਂ ਆਉਂਦੀ ਲੋਕਾਂ ਨੂੰ, 10 ਉਹਨਾਂ ਦੀ ਗੱਡੀ ਚੱਲੀ ਜਾਂਦੀ। ਉਹ ਇਹ ਕਿ ਕੀ ਵਰਤਾਰਾ ਸਾਰਾ, ਇਹ ਸਾਰੇ ਦਾ ਸਾਰਾ ਵਰਤਾਰਾ ਫੂਡ ਇੰਡਸਟਰੀ, ਡਰੱਗ ਇੰਡਸਟਰੀ ਤੇ ਐਗਰੋ ਇੰਡਸਟਰੀ। ਸੋ ਇਹਦੇ ਰਾਹੀਂ ਪੂਰੇ ਦਾ ਪੂਰਾ ਜਿਹਨਾਂ ਲੋਕਾਂ ਨੇ ਪੈਸਾ ਕਬਜ਼ਾ ਕਰ ਲਿਆ % ਨੇ, ਉਹ ਸਾਡੀ ਸਿਹਤ ਨਾਲ ਖਿਲਵਾੜ ਕਰ ਰਹੇ ਆ। ਉਹ ਖਿਲਵਾੜ ਦਾ ਜਿਹੜਾ ਅਸਰ ਹੋ ਰਿਹਾ ਸਾਡੇ ਹਾਰਮੋਨਸ ਤੇ ਹੋ ਰਿਹਾ। ਸਾਡੇ ਹਾਰਮੋਨਸ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਰਹੇ ਆ ਔਰ ਕੋਈ ਉਹਨਾਂ ਨੂੰ ਪਰਵਾਹ ਨਹੀਂ ਹੈ, ਕਿਉਂਕਿ ਉਹ ਇਹੀ ਚਾਹੁੰਦੇ ਆ ਕਿ ਸਾਡੇ ਕੋਲ ਥੋੜੇ ਜਿਹੇ ਬੰਦੇ ਰਹਿ ਜਾਣ, ਉਹ ਐਨ ਮਸ਼ੀਨਾਂ ਬਣੇ ਹੋਣ। ਹੁਣ ਬਸ ਸਾਡੇ ਮੁਲਾਜ਼ਮ ਹੋਣ, ਇਸ ਤੋਂ ਬਾਅਦ ਉਹਨਾਂ ਦੀ ਕੋਈ ਔਕਾਤ ਨਹੀਂ ਹੋਣੀ ਚਾਹੀਦੀ। ਇੱਦਾਂ ਦਾ ਮਨੁੱਖ ਚਾਹੁੰਦੇ ਆ। ਇਹ ਸਾਰਾ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਸਾਡੇ ਹਾਰਮੋਨਸ ਤੇ ਬਹੁਤ ਭੈੜਾ ਅਸਰ ਪਾ ਰਿਹਾ। ਉਹ ਜਿਹੜਾ ਹੈ ਉਹਦੇ ਖਿਲਾਫ ਜਿਹੜੀ ਲੜਾਈ ਆਪਾਂ ਲੜਨੀ ਹੈ। ਉਸ ਤੋਂ ਬਾਅਦ ਜਿਹੜੀ ਆ ਗਈ ਆਪਾਂ ਕਿ ਫੌਰੀ ਕੀ ਕਰ ਸਕਦੇ ਆਪਾਂ, ਉਹਦੇ ਤੇ ਆਪਾਂ ਹੁਣ ਕੰਮ ਕਰ ਰਹੇ ਹਾਂ। ਇਹ ਤਾਂ ਲੜਾਈ ਲੰਬੀ ਹੈ, ਇਹ ਆਪਾਂ 2, 5, 10, 20 ਸਾਲਾਂ 'ਚ ਜਿੱਤਣੀ ਹੈ ਔਰ ਇਹ ਜਿੱਤੀ ਜਾਏਗੀ। ਸਮਾਂ ਪਾ ਗਿਆ, ਉਹ ਆਪਾਂ ਨੂੰ ਕਲੀਅਰ ਹੋ ਗਿਆ ਕਿਸਾਨ ਮੋਰਚੇ ਤੋਂ। ਇਹ ਛੋਟੀ ਲੜਾਈ ਨਹੀਂ ਹੈਗੀ ਹੈ। ਕਿਸਾਨ ਮੋਰਚੇ ਦੀ ਜਿਸ ਢੰਗ ਨਾਲ ਸਰਕਾਰ ਨੇ ਉਹਨੂੰ ਡੀਲ ਕੀਤਾ ਹੈ, ਉਹ ਬੜਾ ਸਪਸ਼ਟ ਹੋ ਗਿਆ ਕਿ ਇਹ ਲੜਾਈ ਲੰਬੀ ਲੜਾਈ ਹੈ। ਜਿਵੇਂ ਆਜ਼ਾਦੀ ਦੀ ਲੜਾਈ ਜਿਹੜੀ ਸੀਗੀ, ਦੇਖੋ ਲਗਭਗ 100 ਸਾਲ ਚੱਲੀ, ਤੇ 100 ਸਾਲ ਬਾਅਦ ਕੋਈ ਸਿੱਟਾ ਨਿਕਲਿਆ, ਉਹ ਸਿੱਟਾ ਵੀ ਅਗਲੇ ਨੇ ਰੋਲਤਾ, ਬਹੁਤਾ ਵਧੀਆ ਨਹੀਂ ਨਿਕਲਿਆ। ਉਹੀ ਜਿਹੜੇ ਅੰਗਰੇਜ਼ ਪਹਿਲਾਂ ਸਿੱਧੇ ਭਾਰੂ ਸੀਗੇ, ਉਹੀ ਅੰਗਰੇਜ਼ ਹੁਣ ਸਿੱਧੇ ਇੱਧਰੋਂ ਨਹੀਂ ਸਿੱਧਾ ਫੜ ਲਿਆ, ਪੁੱਠਾ ਫੜ ਲਿਆ ਉਹਨਾਂ ਨੇ। ਲੁੱਟ ਫਿਰ ਵੀ ਉੱਥੇ ਜਾ ਰਹੀ ਹੈ। ਉਹੀ ਯੂਰਪੀਅਨ ਨੇ, ਉਹੀ ਅੰਗਰੇਜ਼ ਨੇ। ਉਹਨਾਂ ਨੇ ਕੈਨੇਡਾ ਦੇ ਮੂਲ ਨਿਵਾਸੀ ਵੀ ਭਜਾਤੇ, ਅਮਰੀਕਾ ਦੇ ਵੀ ਭਜਾਤੇ, ਆਸਟ੍ਰੇਲੀਆ ਦੇ ਵੀ ਭਜਾਤੇ। ਹੁਣ ਸਾਨੂੰ ਭਜਾਉਣ ਨੂੰ ਫਿਰਦੇ ਆ ਆਪਣੇ ਟੈਕਟਿਕਸ ਵਰਤ ਕੇ। ਉਹ ਜਿਹੜਾ ਉਹਨਾਂ ਦੀ ਜਿਹੜੀ ਚਾਲਾਂ ਫੇਲ ਕਰਨੀਆਂ, ਤਾਂ ਸਾਡੀ ਲੜਾਈ ਹੈ ਹੀ ਹੈ। ਕਿਉਂਕਿ ਫੌਰੀ ਜਿਹੜੀ ਹੈਗੀ ਹੈ ਕੋਸ਼ਿਸ਼ ਕਿ ਅਸੀਂ ਜਦ ਤੱਕ ਇਹ ਲੜਾਈ ਚੱਲ ਰਹੀ ਹੈ, ਨਾਲ ਅਸੀਂ ਉਹ ਲੜਾਈ ਵੀ ਲੜਨੀ ਹੈ ਜਿਸ ਅਸੀਂ ਫੌਰੀ ਸਿਹਤਮੰਦ ਹੋ ਸਕੀਏ। ਕੁਛ ਉਹਦੇ ਅੰਦਰ ਸਾਨੂੰ ਜਿਹੜੀ ਗੱਲ ਸਮਝ ਆ ਗਈ ਕਿ ਖਾਣਾ ਜੇ ਅਸੀਂ ਠੀਕ ਕਰ ਲਈਏ, ਖਾਣਾ ਪੀਣਾ ਕੁਦਰਤੀ ਕਰ ਲਈਏ, ਜਿੰਨਾ ਕਰ ਸਕਦੇ ਹਾਂ ਉਹ ਸਾਰੀਆਂ ਸੀਮਾਵਾਂ ਦੇ ਵਿੱਚ ਜਿੰਨਾ ਕਰ ਸਕਦੇ, ਨਾਲ ਉਹ ਲੜਾਈ ਵੀ ਲੜੀ ਜਾਈਏ। ਆਰਗੈਨਿਕ ਫਾਰਮਿੰਗ ਕਰੀਏ, ਆਪਣੇ ਸਰੋਤਾਂ ਨੂੰ, ਪਾਣੀ ਨੂੰ ਬਚਾਈਏ, ਹਵਾ ਨੂੰ ਬਚਾਈਏ, ਜਿਹੜੀ ਮਨੁੱਖ ਦੀ ਸਿਹਤ ਬਚਾਈਏ। ਉਹ ਲੜਾਈ ਜਿਹੜੀ ਹੈ ਚੱਲੀ ਜਾਏਗੀ। ਪਰ ਨਾਲ ਜਿਹੜਾ ਅਸੀਂ ਆਪੇ ਕਰ ਸਕਦੇ ਹਾਂ, ਉਹਦੇ ਅਸੀਂ 5 ਚੀਜ਼ਾਂ ਜਿਹੜੀਆਂ ਰਿਕਮੈਂਡ ਕਰ ਰਹੇ ਹਾਂ, ਉਹਦੇ 4 ਚੀਜ਼ਾਂ ਸਾਡੇ ਆਪਣੇ ਹੱਥ 'ਚ ਨੇ, 5ਵੀਂ ਚੀਜ਼ ਡਾਕਟਰਾਂ ਦੇ ਹੱਥ 'ਚ ਹੈ, ਟ੍ਰੇਨਡ ਮੈਨ ਪਾਵਰ। ਸਭ ਤੋਂ ਜ਼ਿਆਦਾ ਫੂਡ ਹੈ, ਤੇ ਫੂਡ ਜੇ ਕੁਦਰਤੀ ਕਰ ਲਈਏ ਅਸੀਂ, ਉਹਦੇ ਅੰਦਰ ਆਪਾਂ ਜਿਹੜਾ ਕਹਿ ਰਹੇ ਕਿ 50% ਤੁਸੀਂ ਕੁਦਰਤੀ ਖਾਓ, ਖੇਤਾਂ 'ਚੋਂ ਆਇਆ ਹੋਇਆ। ਬਾਕੀ 50% ਨੂੰ ਵੀ ਪ੍ਰੋਸੈਸਿੰਗ ਬਹੁਤ ਜ਼ਿਆਦਾ ਨਾ ਕਰੋ, ਉਨੀ ਪ੍ਰੋਸੈਸਿੰਗ ਕਰੋ ਜਿਹੜੀ ਕਿਸਾਨ ਪਿੰਡ ਦੇ ਲੈਵਲ ਤੇ ਹੋ ਸਕਦੀ ਹੈ। ਅਸੀਂ ਇਸੇ ਕਰਕੇ ਕਹਿ ਰਹੇ ਹਾਂ ਕਿ ਕੁਦਰਤੀ ਖੇਤੀ ਦੇ ਨਾਲ, ਖੇਤੀ ਦੇ ਆਧਾਰ ਤੇ ਛੋਟੀ ਇੰਡਸਟਰੀ, ਛੋਟੇ ਯੂਨਿਟ ਜਿਹੜੇ ਫੂਡ ਪ੍ਰੋਸੈਸਿੰਗ ਕਰ ਸਕਣ, ਵੈਲਿਊ ਐਡੀਸ਼ਨ ਕਰ ਸਕਣ, ਤੇ ਉਹ ਵੈਲਿਊ ਐਡੀਸ਼ਨ ਕਰਕੇ ਫੂਡ ਨਾਲੇ ਤਾਂ ਕਿਸਾਨ ਨੂੰ ਫਾਇਦਾ ਹੋਏਗਾ, ਨਾਲੇ ਜਿਹੜਾ ਉਹ ਪ੍ਰੋਸੈਸਿੰਗ ਇੰਨੀ ਕੁਦਰਤੀ ਹੋਏਗੀ ਕਿ ਉਹ ਨਾ ਤਾਂ ਸਿਹਤ ਨੂੰ ਖਰਾਬ ਕਰੇਗੀ ਤੇ ਨਾ ਵਾਤਾਵਰਨ ਨੂੰ ਖਰਾਬ ਕਰੇਗੀ। ਜਿਹੜੀ ਵੱਡੀ ਇੰਡਸਟਰੀ ਹੈ ਉਹ ਸਿਹਤ ਵੀ ਖਰਾਬ ਕਰਦੀ ਹੈ, ਕਿਉਂਕਿ ਉਹਦੇ ਅੰਦਰ ਉਹ ਮਾਸ ਸਕੇਲ ਤੇ ਪ੍ਰੋਡਿਊਸ ਕਰਨ ਲਈ ਉਹ ਭਾਂਤ ਦਾ ਵਰਤਾਰਾ ਯੂਜ਼ ਕਰਦੇ, ਤੇ ਪਰਵਾਹ ਨਹੀਂ ਕਰਦੇ ਇਹ ਸਿਹਤ ਖਰਾਬ ਕਰੇਗਾ ਜਾਂ ਵਾਤਾਵਰਨ ਖਰਾਬ ਕਰੇਗਾ। ਸੋ ਖਾਣਾ ਠੀਕ ਕਰਨਾ। ਨੰਬਰ 2 ਤੇ ਮੈਡੀਸਨਲ ਪਲਾਂਟ ਦਾ ਗਿਆਨ। ਸਾਡਾ ਜਿਹੜਾ ਆਯੁਰਵੇਦ ਹੈ ਬੜੀ ਇੱਕ ਵੰਡਰਫੁਲ ਸਾਇੰਸ ਹੈ, ਜਿਹਨੇ ਪਿਛਲੇ 1000 ਸਾਲਾਂ 'ਚ ਸਾਡੇ ਦਿਲਾਂ 'ਚ ਥਾਂ ਬਣਾਈ ਹੈ। ਆਯੁਰਵੇਦ ਦਾ ਮਤਲਬ ਤੁਸੀਂ ਇਹ ਨਾ ਸਮਝੋ ਕਿ ਜਿਹੜਾ ਆਯੁਰਵੈਦਿਕ ਡਾਕਟਰ ਜਾਂ ਵੈਦ ਦਵਾਈ ਦਿੰਦਾ ਉਹ ਆਯੁਰਵੇਦ ਹੈ। ਆਯੁਰਵੇਦ ਇੱਕ ਵੇ ਆਫ ਲਾਈਫ ਹੈ। ਉਹ ਵੇ ਆਫ ਲਾਈਫ ਕੀ ਕਹਿੰਦਾ ਕਿ ਕੁਦਰਤ ਨਾਲ ਸੰਤੁਲਨ ਬਣਾ ਕੇ ਰਹੋ, ਕੁਦਰਤ ਦੇ ਅਧੀਨ ਹੋ ਤੁਸੀਂ। ਅਧੀਨ ਲਫ਼ਜ਼ ਵੀ ਚਲੋ ਖੈਰ ਬਹੁਤਾ ਠੀਕ ਨਹੀਂ ਹੈ, ਕੁਦਰਤ ਦਾ ਹਿੱਸਾ ਬੱਚੇ ਆ, ਉਹਦੇ ਅਧੀਨਤਾ ਨਹੀਂ ਹੈ ਕੋਈ, ਉਹ ਅਧੀਨਤਾ ਨਹੀਂ ਹੈ, ਬੜੇ ਪਿਆਰ ਦਾ ਰਿਸ਼ਤਾ ਹੈ। ਲੇਕਿਨ ਜਿਹੜਾ ਕੁਦਰਤ ਦੇ ਉਹਨਾਂ ਨਿਯਮਾਂ ਨੂੰ, ਕੁਦਰਤ ਨੂੰ ਭੁੱਲਣਾ ਨਹੀਂ ਕਦੀ ਵੀ। ਉਹਦੇ ਜਿੱਦਾਂ ਦਾ ਕੁਦਰਤ ਚੱਲ ਰਹੀ ਹੈ ਉਹਨੂੰ ਡਿਸਟਰਬ ਨਹੀਂ ਕਰਨਾ, ਉਹਦੇ ਵਿੱਚ ਹੀ ਆਪਣੀ ਜਿਹੜੀ ਹੈ ਦਿਨਚਰਿਆ ਹੈ ਔਰ ਆਪਣੀ ਜੀਵਨ ਹੈ, ਉਹਦੇ 'ਚ ਜਿਹੜਾ ਉਹਨੂੰ ਜੀਵਨ ਦਾ ਖਾਲ ਸਾਨੂੰ ਮਿਲਿਆ, ਜਿੰਨੇ ਸਾਲ ਮਿਲੇ ਉਹਨੂੰ ਕੁਦਰਤੀ ਖਾਂਦੇ ਹੋਏ, ਕੁਦਰਤੀ ਪ੍ਰੋਡਿਊਸ ਕਰਦੇ ਹੋਏ ਜਿਉਣੇ ਆ। ਉਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਆਪਾਂ ਨੂੰ ਮੈਡੀਸਨਲ ਪਲਾਂਟਸ ਹੈ, ਉਹਦੇ ਅੰਦਰ ਦਵਾ ਪੌਦੇ ਬਹੁਤ ਕਮਾਲ ਦੀ ਚੀਜ਼ ਹੈ। ਜਿਹੜੇ ਦਾਦੀ ਨਾਨੀ ਦੇ ਟੋਟਕੇ ਸੀਗੇ ਉਹ ਸਾਡੇ ਦਿਲਾਂ 'ਚ ਵਸੇ ਹੋਏ ਆ। ਅੱਜ ਅਸੀਂ ਜਾਣੇ ਅਣਜਾਣੇ ਸਾਰੇ ਵਰਤਦੇ ਹਾਂ। ਅਸੀਂ ਚਾਹੇ ਵੱਡੇ ਤੋਂ ਵੱਡਾ ਡਾਕਟਰ ਵੀ ਜਿਹੜਾ ਇਹ ਕਹਿੰਦਾ ਮੈਂ ਆਯੁਰਵੇਦ ਦਾ ਵਿਰੋਧੀ ਹਾਂ, ਉਹ ਵੀ ਆਪਣੇ ਘਰ ਦੇ ਵਿੱਚ ਮਸਾਲੇ ਵਰਤਦਾ ਹੈ, ਤੁਲਸੀ ਵਰਤਦਾ ਹੈ, ਐਲੋਵੇਰਾ ਵਰਤਦਾ ਹੈ, ਗਲੋ ਵਰਤ ਕੁਛ ਨਾ ਕੁਛ, ਮਤਲਬ ਉਹ ਵੀ ਆਪਣੇ ਨੂੰ ਕਹਿ ਲਵੇ ਜਿੰਨਾ ਮਰਜ਼ੀ ਵੀ ਮੈਂ ਤਾਂ ਆਯੁਰਵੇਦ ਨਹੀਂ ਮੰਨਦਾ,
ਉਹ ਆਪਣੇ ਘਰ 'ਚ ਜਾਣੇ ਅਣਜਾਣੇ 'ਚ ਉਹ ਵੀ ਸਭ ਕੁਝ ਵਰਤ ਰਿਹਾ। ਉਹ ਜਿਹੜਾ ਆਯੁਰਵੇਦ ਦਾ ਮੈਡੀਸਨਲ ਪਲਾਂਟ ਦਾ ਨੌਲੇਜ ਹੈ ਉਹਨੂੰ ਆਪਾਂ ਵਧਾਈਏ ਡੇ ਬਾਈ ਡੇ। ਉਹ ਬੜੇ ਕਮਾਲ ਦੀਆਂ ਚੀਜ਼ਾਂ ਨੇ। ਨਿੱਕੀ ਨਿੱਕੀ ਚੀਜ਼ ਜਿਹੜੀ ਹੈ ਉਹ ਮਤਲਬ ਸਾਂਭਣਯੋਗ ਹੈ। ਉਹ ਜਿਹੜਾ ਕੋਈ 100-200 ਪਲਾਂਟ ਦਾ ਨੌਲੇਜ ਹੈ ਉਹ ਰੱਖੀਏ। ਵੈਸੇ ਟੋਟਲ ਪਲਾਂਟ ਜ਼ਿਆਦਾ ਨਹੀਂ, ਲੇਕਿਨ 100 ਪੌਦਾ ਤਾਂ ਜਿਹੜਾ ਬੜੇ ਆਰਾਮ ਨਾਲ ਅਸੀਂ ਆਲੇ ਦੁਆਲੇ ਆਪਣੇ ਖੜਾ ਕਰ ਸਕਦੇ ਹਾਂ, ਜਾਂ ਤਾਂ ਆਪਣੇ ਕੋਲ ਕਰ ਸਕਦੇ ਹਾਂ, ਜਾਂ ਆਪਣੇ ਕੋਲ ਪੰਸਾਰੀ ਜਿਹੜਾ ਹੈ, ਪੰਸਾਰੀ ਦੀ ਜਿਹੜੀ ਸੰਸਥਾ ਹੈ ਬੜੀ ਕਮਾਲ ਦੀ ਸੰਸਥਾ ਹੈ। ਤੇ ਪੰਸਾਰੀ ਨੂੰ ਆਪਣੇ ਆਲੇ ਦੁਆਲੇ ਇਨਕਰੇਜ ਕਰਨਾ ਚਾਹੀਦਾ। ਉਹਦੇ ਕੋਲ ਜਾਓ, ਉਹਨੂੰ ਪਿਆਰ ਨਾਲ ਕਹੋ ਵੀ ਤੈਨੂੰ ਆਹ ਚੀਜ਼ ਚਾਹੀਦੀ ਹੈ, ਤੁਹਾਨੂੰ ਸਭ ਪਤਾ ਉਹਨੂੰ ਵੀ ਆਹ ਚੀਜ਼ ਚਾਹੀਦੀ, ਤੁਹਾਨੂੰ ਮੰਗਾ ਦੇਗਾ। ਅਸੀਂ ਪਟਿਆਲੇ 'ਚ ਕੋਸ਼ਿਸ਼ ਕੀਤੀ ਹੈ ਕਿ ਇੱਕ ਬਹੁਤ ਵਧੀਆ ਸਾਨੂੰ ਦੋਸਤ ਮਿਲ ਗਿਆ ਤੇ ਮਿਸਟਰ ਕਾਂਸਲ ਹੈ, ਉਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਹੈਲਥ ਪ੍ਰੋਡਕਟਸ ਨੇ, ਹੈਲਥ ਹਰਬਸ ਨੇ, ਉਹ ਜਿੱਥੇ ਵੀ ਮਿਲਦੀਆਂ ਨੇ, ਦੱਖਣ ਤੋਂ ਮਿਲਦੀਆਂ, ਮੇਘਾਲਿਆ ਤੋਂ ਹਲਦੀ ਮੰਗਾ ਰਹੇ ਹਾਂ ਅਸੀਂ, ਦੱਖਣ ਤੋਂ ਮਸਾਲੇ ਮੰਗਾ ਰਹੇ ਹਾਂ, ਲੌਂਗ ਮੰਗਾ ਰਹੇ ਹਾਂ, ਉੱਥੋਂ ਮੰਗਾਓ ਜਿੱਥੇ ਉਹ ਬੈਸਟ ਹੁੰਦਾ ਗੁਣ ਨੇ। ਮੇਘਾਲਿਆ ਦੀ ਹਲਦੀ ਦੇ ਗੁਣ ਜਿਹੜੇ ਨੇ ਉਹ ਕਈ ਗੁਣਾ ਜ਼ਿਆਦਾ ਨੇ। ਥੋੜੀ ਜਿਹੀ ਮਹਿੰਗੀ ਹੈ, ਲੇਕਿਨ ਆਪਾਂ ਦਵਾਈ ਦੇ ਤੌਰ ਤੇ ਵਰਤਣੀ, ਆਪਾਂ ਤਾਂ ਥੋੜੀ ਜਿਹੀ ਵਰਤਣੀ, ਆਪਾਂ ਕਿੰਨੀ ਵਰਤਣੀ। ਤਾਂ ਆਪਾਂ ਉਹ ਹਲਦੀ ਨੂੰ ਲਿਆਉਣ ਦੀ ਵੀ ਕੋਸ਼ਿਸ਼ ਕਰੀਏ ਇੱਥੇ ਆਪਣੇ ਮੇਘਾਲਿਆ 'ਚ, ਜਿਹੜੀ ਸ਼ਾਇਦ ਇੱਥੇ ਵੀ ਹੋ ਜਾਵੇ ਕਿਤੇ ਕਿਸੇ ਸਮਾਨ ਤੇ ਬੰਦੇ। ਇੱਦਾਂ ਦੇ ਆਪਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਦਵਾ ਪੌਦੇ ਨੇ ਉਹ ਸਾਡੇ ਆਲੇ ਦੁਆਲੇ ਆਮ ਵਰਤਾਰਾ ਹੋ ਜਾਏ। ਤੀਜਾ ਹੈ ਵਰਜਿਸ਼ ਜਾਂ ਸਰੀਰਕ ਕੰਮ। ਉਹ ਜਿਹੜਾ ਆਪਾਂ ਜਿਹੜਾ ਆਪਾਂ ਵਰਜਿਸ਼ ਕਰਾਂਗੇ, ਵਰਜਿਸ਼ ਕੋਈ ਜ਼ਰੂਰੀ ਨਹੀਂ ਆਪਾਂ ਬੰਦਿਸ਼ ਵੀ ਆਹੀ ਕਰਨੀ ਹੈ। ਉਹ ਉਮਰ ਦੇ ਹਿਸਾਬ ਨਾਲ, ਟੇਸਟ ਦੇ ਹਿਸਾਬ ਨਾਲ, ਹਾਲਾਤ ਦੇ ਹਿਸਾਬ ਨਾਲ, ਆਲੇ ਦੁਆਲੇ ਦੇ ਹਿਸਾਬ ਨਾਲ ਬਦਲ ਸਕਦੀ ਹੈ। ਉਹ ਸਮੁੰਦਰ ਹੈ, ਕੋਈ ਗੇਮ ਖੇਡ ਸਕਦਾ ਹੈ, ਕੋਈ ਰੱਸੀ ਟੱਪ ਸਕਦਾ ਹੈ, ਕੋਈ ਜੋਗਿੰਗ ਕਰ ਸਕਦਾ ਹੈ, ਕੋਈ ਸਾਈਕਲਿੰਗ ਕਰ ਸਕਦਾ ਹੈ, ਕੋਈ ਸਵਿਮਿੰਗ ਕਰ ਸਕਦਾ ਹੈ, ਕੋਈ ਯੋਗਾ ਕਰ ਸਕਦਾ ਹੈ। ਜਿੱਦਾਂ ਦਾ ਕਿਸੇ ਨੂੰ ਟੇਸਟ ਹੈ। ਯੋਗਾ 'ਚ ਸਭ ਤੋਂ ਉੱਤਮ ਚੀਜ਼ ਹੈ ਕਿ ਯੋਗਾ ਬਹੁਤ ਗਹਿਰਾ ਹੈ। ਯੋਗਾ ਦਾ ਜਿਹੜਾ ਇਫੈਕਟ ਹੈ ਉਹ ਬਹੁਤ ਹੀ ਆਮ ਐਕਸਰਸਾਈਜ਼ ਨਾਲੋਂ ਜ਼ਿਆਦਾ। ਫਿਰ ਉਸ ਤੋਂ ਬਾਅਦ ਪਲੇਇੰਗ ਹੈ, ਜਿਹੜੀ ਗੇਮ ਹੈ। ਗੇਮ ਜਿਹੜੀ ਕੁਛ ਐਕਸਰਸਾਈਜ਼ ਨੇ ਉਹਦੇ 'ਚ ਨਾਲ ਮਾਨਸਿਕ ਕੰਪੋਨੈਂਟ ਵੀ ਹੈਗਾ। ਜਿਵੇਂ ਯੋਗਾ ਹੈ, ਯੋਗਾ ਇਕੱਲਾ ਸਰੀਰ ਦੀ ਐਕਸਰਸਾਈਜ਼ ਨਹੀਂ ਹੈ, ਯੋਗਾ ਮਨ ਦੀ ਵੀ ਐਕਸਰਸਾਈਜ਼ ਹੈ। ਥਰੂ ਤੁਹਾਡੀ ਆਤਮਾ ਤੱਕ ਦੀ ਜਿਹੜੀ ਉਹਦੇ ਅੰਦਰ ਸ਼ਮੂਲੀਅਤ ਹੋ ਜਾਂਦੀ ਹੈ। ਉਸੇ ਤਰ੍ਹਾਂ ਜੇ ਗੇਮ ਖੇਡਦੇ ਜਦੋਂ ਆਪਾਂ, ਗੇਮ ਇਕੱਲੀ ਸਰੀਰਕ ਵਰਜਿਸ਼ ਨਹੀਂ ਹੈ। ਗੇਮ ਜਦੋਂ ਖੇਡਦੇ ਰੌਲੀ ਪਾਉਂਦੇ, ਅਸੀਂ ਵਾਲੀਬਾਲ ਖੇਡਦੇ ਦੇਖੀਏ, ਬੰਦੇ ਫੁੱਟਬਾਲ ਖੇਡਦੇ ਰੌਲੀ ਪਾਉਂਦੇ ਆ, ਉਹ ਇੱਧਰ ਮਾਰ, ਤੂੰ ਐਂ ਕਰ, ਉਹ ਇੱਕ ਵਧੀਆ ਕਿਸਮ ਦਾ ਇੱਕ ਮਾਨਸਿਕ ਐਕਸਰਸਾਈਜ਼ ਵੀ ਹੈ। ਜਿਹੜੀਆਂ ਗੇਮਾਂ ਹੁੰਦੀਆਂ ਨੇ, ਬੱਚੇ ਖੇਡਦੇ ਆ, ਲੁਕਣ ਮਿੱਟੀ ਖੇਡਦੇ ਆ, ਹੋਰ ਖੇਡਦੇ ਆ, ਤੇ ਉਹ ਗੇਮਾਂ ਜਿਹੜੀਆਂ ਨੇ ਬਹੁਤ ਵਧੀਆ। ਇਸੇ ਤਰ੍ਹਾਂ ਜਿਹੜਾ ਕਿਸਾਨ ਦਾ ਹੈ, ਕੁਦਰਤ ਨਾਲ ਖੇਤੀ ਕਰਨੀ, ਗੁੱਡਣਾ, ਹਲ ਚਲਾਉਣਾ, ਜਿਹੜੇ ਕੰਮ ਨੇ ਬੜੇ ਕਮਾਲ ਦੇ ਕੰਮ ਨੇ। ਉਹ ਕੰਮ ਦਾ ਫਾਇਦਾ ਇਹ ਕਿ ਨਾਲੇ ਉਹਨੂੰ ਐਕਸਰਸਾਈਜ਼ ਦੀ ਐਕਸਰਸਾਈਜ਼ ਤੇ ਆਰਥਿਕਤਾ ਦੀ ਆਰਥਿਕਤਾ। ਆਪਾਂ ਜ਼ਰੂਰ ਹੁਣ ਆਪਾਂ ਜੇ ਮਜ਼ਦੂਰ ਨੂੰ ਕੋਈ ਐਕਸਰਸਾਈਜ਼ ਕਰਿਆ ਕਰ ਤਾਂ ਮਾੜੀ ਗੱਲ ਹੋ ਜੂਗੀ ਨਾ, ਮਕੈਨੀਕਲ ਗੱਲ ਹੋ ਗਈ, ਤੁਹਾਨੂੰ ਸਮਝ ਨਹੀਂ ਆ ਰਹੀ ਗੱਲ ਦੀ। ਮਜ਼ਦੂਰ ਤਾਂ ਮਜ਼ਦੂਰੀ ਕਰ ਰਿਹਾ, ਉਹ ਆਲਰੇਡੀ ਐਕਸਰਸਾਈਜ਼ ਕਰ ਰਿਹਾ। ਕਿਸਾਨ ਹੈ ਜੇ ਭਾਰੀ ਕੰਮ ਕਰਦਾ ਹੋ ਤਾਂ ਉਹ ਆਲਰੇਡੀ ਐਕਸਰਸਾਈਜ਼ ਕਰ ਰਿਹਾ। ਉਹ ਜਿਹੜੇ ਹਾਲਾਤ ਨੇ ਐਕਸਰਸਾਈਜ਼, ਯੋਗਾ, ਕੋਈ ਵੀ ਇਹ ਹੈਗਾ 3 ਨੰਬਰ ਤੇ। 4 ਨੰਬਰ ਤੇ ਮਾਈਂਡ ਮੈਨੇਜਮੈਂਟ ਕਹਿੰਦੇ। ਮਾਈਂਡ ਮੈਨੇਜਮੈਂਟ ਅੱਜ ਦੇ ਜ਼ਮਾਨੇ 'ਚ ਬਹੁਤ ਜ਼ਰੂਰੀ ਹੈ। ਇਹ ਖੁਸ਼ ਕਿੱਦਾਂ ਰਹਿਣਾ ਹੈ, ਤਣਾਅ ਮੁਕਤ ਕਿੱਦਾਂ ਰਹਿਣਾ ਹੈ, ਸਿਹਤ 'ਚ ਕਿੱਦਾਂ ਰਹਿਣਾ ਹੈ, ਉਹਦੇ ਵਿੱਚ ਬਹੁਤ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਈਜ਼ੀ ਕੋਈ ਪੈਕੇਜ ਟਾਈਪ ਬਣਾਈਏ। ਅਸੀਂ ਉਹਨੂੰ ਹੈਪੀਨੈਸ ਪ੍ਰੋਟੋਕਾਲ ਕਹਿ ਰਹੇ ਹਾਂ। ਹੈਪੀਨੈਸ ਪ੍ਰੋਟੋਕਾਲ ਨੂੰ ਹੌਲੀ ਹੌਲੀ ਡਿਵੈਲਪ ਕਰ ਰਹੇ ਹਾਂ ਅਸੀਂ ਟੋਟਕਿਆਂ ਦੀ ਸ਼ਕਲ 'ਚ। ਤੇ ਜਲਦੀ ਆਪਾਂ ਜਿਹੜੇ ਹੈਪੀਨੈਸ ਪ੍ਰੋਟੋਕਾਲ ਤੇ ਵੀ ਗੱਲ ਕਰਾਂਗੇ, ਜਾਂ ਉਹਨੂੰ ਪਾ ਦਾਂਗੇ ਕਿਸੇ ਸ਼ਕਲ 'ਚ। ਉਹਦੀ ਡੈਮੋਨਸਟ੍ਰੇਸ਼ਨ, ਛੋਟੀਆਂ ਵੀਡੀਓਜ਼ ਹੈਪੀ ਪ੍ਰੋਟੋਕਾਲ 'ਚ ਅਸੀਂ ਜੋ ਕਹਿੰਦੇ ਹਾਂ ਕਰਕੇ ਵੀ ਦਿਖਾਉਂਦੇ ਹਾਂ, ਤੁਹਾਨੂੰ ਕਰਕੇ ਵੀ ਦਿਖਾਉਂਦੇ ਹਾਂ। ਉਹਦੇ 'ਚ ਹੱਸਣਾ ਹੈ, ਨੱਚਣਾ ਹੈ, ਗਾਉਣਾ ਹੈ, ਉਹਦੇ ਅੰਦਰ ਜਿਹੜਾ ਵਨਨੈਸ ਦੀ ਸਥਿਤੀ ਹੈ, ਅਦਵੈਤ 'ਚ ਰਹਿਣਾ, ਜਿਹੜੀ ਸਪਿਰਿਚੁਅਲਿਟੀ ਹੈ, ਬਹੁਤ ਜ਼ਰੂਰੀ ਹੈ ਅੱਜ ਦੇ ਯੁੱਗ ਦੇ ਅੰਦਰ। ਅੱਜ ਜਿਹੜਾ ਮਨੁੱਖ ਇੰਨਾ ਕੁ ਡਿਸਟਰਬ ਹੋ ਚੁੱਕਿਆ ਹੈ ਕਿ ਜਦ ਤੱਕ ਉਹ ਵਨਨੈਸ ਦੀ ਸਥਿਤੀ 'ਚ ਨਹੀਂ ਰਹਿੰਦਾ, ਅਦਵੈਤ 'ਚ ਨਹੀਂ ਰਹਿੰਦਾ, ਉਹ ਕਦੀ ਵੀ ਸਹਿਜ 'ਚ ਨਹੀਂ ਰਹਿ ਸਕਦਾ। ਉਹ ਹਮੇਸ਼ਾ ਘਬਰਾਈ। ਅਦਵੈਤ ਬੜਾ ਕਮਾਲ ਦਾ ਜਿਹੜਾ ਹੈ, ਇਹ ਉਪਨਿਸ਼ਦਾਂ ਦਾ ਹੈਗਾ। ਉਹ ਇੱਕ ਮੈਂ ਇੱਥੇ ਬੇਨਤੀ ਕਰਾਂਗਾ ਸਾਰੇ ਪੰਜਾਬ ਵਾਸੀਆਂ ਨੂੰ, ਜਿਹੜੇ ਪੰਜਾਬ ਦੇ ਦੋਸਤ ਨੇ, ਅਸੀਂ ਬਹੁਤ ਵਾਰੀ ਜਿਹੜਾ ਹੈ, ਕਿਉਂਕਿ ਸਾਨੂੰ ਜਿਹੜਾ ਕਲਾਸੀਕਲ ਹਿੰਦੂਇਜ਼ਮ ਤੋਂ ਆਪੋਜੀਸ਼ਨ ਹੋਈ ਸਿੱਖੀ ਨੂੰ ਕਿਸੇ ਹੱਦ ਤੱਕ, ਤਾਂ ਉਹਦੇ 'ਚ ਅਸੀਂ ਜਿਹੜੀ ਹੈ ਸਾਡਾ ਸਨਾਤਨ ਧਰਮ ਦਾ ਜਿਹੜਾ ਉਪਨਿਸ਼ਦ ਨੇ ਜਾਂ ਵੈਦਿਕ ਨੌਲੇਜ ਹੈ, ਉਹਦੇ ਨਾਲ ਥੋੜ੍ਹੀ ਜਿਹੀ ਸਾਡੀ ਮਾਨਸਿਕ ਅਟੈਚਮੈਂਟ ਘੱਟ ਹੈ। ਲੇਕਿਨ ਤੁਸੀਂ ਕਿਤੇ ਉਪਨਿਸ਼ਦਾਂ ਦੇ ਸ਼ਲੋਕ ਕਿਤੇ ਪੜ੍ਹ ਕੇ ਦੇਖਿਓ, ਉਹਨਾਂ ਦੀ ਗਹਿਰਾਈ ਜਿਹੜੀ ਹੈ ਉਹ ਕਿਸੇ ਵੀ ਢੰਗ ਨਾਲ ਗੁਰਬਾਣੀ ਤੋਂ ਘੱਟ ਨਹੀਂ ਹੈ। ਗੁਰਬਾਣੀ ਦੇ ਅੰਦਰ ਜੋ ਕੁਝ ਵੀ ਅੰਕਿਤ ਕੀਤਾ ਗੁਰੂ ਸਾਹਿਬਾਨ ਨੇ, ਉਹ 'ਚ ਤੁਹਾਨੂੰ ਉਹੀ ਝਲਕ ਮਿਲੇਗੀ ਜੋ ਉਪਨਿਸ਼ਦਾਂ ਦੇ ਅੰਦਰ ਹੈ। ਗੁਰੂ ਸਾਹਿਬ ਨੇ ਆਪਣੇ ਢੰਗ ਨਾਲ ਕਿਹਾ, ਉੱਥੋਂ ਦੇ ਜਿਹੜੇ ਉੱਥੋਂ ਦਾ ਜਿਓਗ੍ਰਾਫੀਕਲ ਸੀਗਾ, ਉੱਥੋਂ ਦੀ ਬੋਲੀ ਸੀ, ਉੱਥੋਂ ਦਾ ਸੱਭਿਆਚਾਰ ਸੀਗਾ। ਲੇਕਿਨ ਉਪਨਿਸ਼ਦਾਂ ਦੇ ਜਿਹੜੇ ਸ਼ਲੋਕ ਨੇ ਬਹੁਤ ਹੀ ਗਹਿਰੇ ਹਨ, ਬਹੁਤ ਹੀ ਗਹਿਰੇ ਹਨ,
ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਉਹਨਾਂ ਉਸ ਵਨਨੈਸ ਦੀ ਅਦਵੈਤ ਦੀ ਸਥਿਤੀ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਅੱਜ ਉਹ ਬਹੁਤ ਸੌਖਾ ਹੋ ਗਿਆ ਹੁਣ ਅਦਵੈਤ ਨੂੰ ਸਮਝਣਾ, ਕਿਉਂਕਿ ਸਾਇੰਸ ਨੇ ਵੀ ਕਹਿ ਦਿੱਤਾ, ਸਾਇੰਸ ਨੇ ਬਹੁਤ ਸਿੰਪਲ ਜਿਹੇ ਢੰਗ ਨਾਲ ਕਹਿ ਦਿੱਤਾ ਕਿ ਵੀ ਅਦਵੈਤ ਦੀ ਸਥਿਤੀ ਹੈ। ਅਦਵੈਤ ਦਾ ਮਤਲਬ ਦੋ ਨਹੀਂ, ਇੱਥੇ ਦੋ ਹੈ ਹੀ ਕੁਝ ਨਹੀਂ, ਇੱਕੋ ਹੀ ਹੈ ਸਾਰਾ ਕੁਝ, ਸਾਰਾ ਵਰਤਾਰਾ ਇੱਕੋ ਹੀ ਹੈ। ਉਸ ਸਥਿਤੀ 'ਚ ਰਹਿਣਾ ਚੇਤਨ ਤੌਰ ਤੇ ਅਦਵੈਤ ਦੀ ਸਥਿਤੀ 'ਚ, ਉਹ ਸਪਿਰਿਚੁਅਲਿਟੀ ਦਾ ਜਿਹਨੂੰ ਅਧਿਆਤਮ ਕਹਿੰਦੇ ਆਪਾਂ, ਹੁਣ ਅਧਿਆਤਮ ਬਹੁਤ ਸੌਖਾ ਹੋ ਗਿਆ, ਸਾਇੰਸ ਨੇ ਬਹੁਤ ਸੌਖਾ ਕਰਤਾ, ਹਰ ਬੰਦਾ ਅਧਿਆਤਮਕ ਹੋ ਸਕਦਾ। ਪਹਿਲਾਂ ਅਧਿਆਤਮ ਜਿਹੜਾ ਹੁੰਦਾ ਸੀਗਾ ਉਹ ਬਹੁਤ ਜਿਹੜਾ ਸੀ ਮਹਾਂਪੁਰਖਾਂ ਦਾ ਕੰਮ ਸੀਗਾ। ਅੱਜ ਜਿਹੜਾ ਵੀ ਵਿਅਕਤੀ ਇਸ ਗੱਲ 'ਚ ਆਪਣੇ ਆਪ ਨੂੰ ਕਰਨਾ ਚਾਹੁੰਦਾ ਉਹਨੂੰ ਸਾਇੰਸ ਈਜ਼ੀਲੀ ਉਪਲਬਧ ਹੈ, ਤੇ ਸਾਇੰਸ ਵੀ ਉਹੀ ਗੱਲ ਕਹਿ ਰਹੀ ਹੈ। ਸੋ ਉਸ ਸਥਿਤੀ 'ਚ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਰਹਿਣਾ ਸਭ ਤੋਂ ਵੱਡੀ ਮੈਡੀਟੇਸ਼ਨ ਹੈ। ਮੈਡੀਟੇਸ਼ਨ ਦਾ ਟੂਲ ਹੈ। ਮੈਡੀਟੇਸ਼ਨ ਦੇ ਰਾਹੀਂ ਤੁਸੀਂ ਅਦਵੈਤ ਦੀ ਸਥਿਤੀ 'ਚ ਸਥਿਤ ਹੋ ਸਕਦੇ ਹੋ। ਅਦਵੈਤ ਦੀ ਸਥਿਤੀ ਜਦੋਂ ਤੁਹਾਡੀ ਚੇਤਨਾ ਸਥਿਤ ਹੋਊਗੀ ਤਾਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ। ਫਿਰ ਤੁਸੀਂ ਕਦੀ ਇਨਸਿਕਿਉਰ ਨਹੀਂ ਫੀਲ ਕਰਦੇ। ਤੁਹਾਨੂੰ ਪਤਾ ਹੈ ਵੀ ਤੁਸੀਂ ਨਾ ਕੁਦਰਤ ਦੇ ਪ੍ਰਮਾਤਮਾ ਦੇ ਬੱਚੇ ਹੋ। ਤੁਹਾਨੂੰ ਤੁਹਾਡੀ ਰੱਖਿਆ ਕਰਨ ਵਾਲਾ, ਤੁਹਾਨੂੰ ਦੇਖਭਾਲ ਕਰਨ ਵਾਲਾ ਦੀ ਸ਼ਕਤੀ ਹੈ, ਉਹ ਕਿਤੇ ਬੈਠੀ ਹੈ, ਉਹ ਤੁਹਾਡੇ ਅੰਦਰ ਵੀ ਹੈ, ਬਾਹਰ ਵੀ ਹੈ। ਤੁਹਾਨੂੰ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਜਦੋਂ ਬੰਦਾ ਇਨਸਿਕਿਉਰ ਫੀਲ ਕਰਦਾ ਤਾਂ ਫਿਰ ਉਹ ਚਿੰਤਾ 'ਚ ਵੀ ਜਾਂਦਾ, ਡਿਪਰੈਸ਼ਨ 'ਚ ਵੀ ਜਾਂਦਾ, ਪਾਗਲ ਵੀ ਹੁੰਦਾ। ਇਹ ਅਨਫੋਰਚੂਨੇਟ ਸਾਡੇ ਸਮਾਜ ਦੇ ਅੰਦਰ ਪਾਗਲਪਨ ਦੀ ਜਿਹੜੀ ਹੈਗੀ ਹੈ। ਤੇ ਪਾਗਲਪਨ ਤੋਂ ਮੇਰਾ ਮਤਲਬ ਜਿਹੜਾ ਮਾਨਸਿਕ ਸਮੱਸਿਆਵਾਂ ਨੇ, ਚਿੰਤਾ ਹੈ, ਡਿਪਰੈਸ਼ਨ ਹੈ, ਜਾਂ ਕਾਲਿਆਪਨ ਜਿਹਾ ਪਈ ਜਾਂਦਾ, ਜਾਂ ਆਪਾਂ ਵਿਚਾਰਾਂ ਦੇ ਵਿੱਚ ਉਲਝੇ ਹੋਏ ਆ, ਇਹ ਸਾਰਾ ਕਿਤੇ ਉਹਦੇ 'ਚ ਜਿਹੜੀ ਮੈਂਟਲ ਹੈਲਥ ਦਾ ਸਮੱਸਿਆ ਹੈ, ਜਿਹੜੀ ਆਪਾਂ ਚੌਥਾ ਕੰਪੋਨੈਂਟ ਸੀਗਾ ਉਹਦਾ ਕਿ ਮਾਈਂਡ ਮੈਨੇਜਮੈਂਟ, ਉਹ ਵੀ ਬਹੁਤ ਜ਼ਰੂਰੀ ਹੈ ਕਰਨੀ। ਇਹ ਚਾਰੇ ਸਾਡੇ ਹੱਥ 'ਚ ਨੇ। ਭੋਜਨ ਸਾਡੇ ਹੱਥ 'ਚ ਹੈ, ਮੈਡੀਸਨਲ ਪਲਾਂਟ ਸਾਡੇ ਹੱਥ 'ਚ ਨੇ, ਦਵਾ ਪੌਦੇ, ਐਕਸਰਸਾਈਜ਼ ਕਰਨੀ ਸਾਡੇ ਹੱਥ 'ਚ ਹੈ, ਤੇ ਮਾਈਂਡ ਮੈਨੇਜਮੈਂਟ ਸਾਡੇ ਹੱਥ 'ਚ ਹੈ। ਕਿਸੇ ਡਾਕਟਰ ਦੀ ਲੋੜ ਨਹੀਂ, ਕਿਸੇ ਵੈਦ ਦੀ ਲੋੜ ਨਹੀਂ, ਕਿਸੇ ਹਕੀਮ ਦੀ ਲੋੜ ਨਹੀਂ। ਕਮਾਲ ਦੀ। ਔਰ ਚਾਰਾਂ ਦੀ ਕੰਟਰੀਬਿਊਸ਼ਨ ਕਿੰਨੀ ਹੈ? 80 ਤੋਂ ਲੈ ਕੇ 90% ਸਿਹਤ ਦੇ ਅੰਦਰ। ਕੋਈ ਦਵਾਈ ਦੀ ਲੋੜ ਨਹੀਂ ਹੈ, ਕੁਛ ਨਹੀਂ ਲੋੜ। ਸਿਰਫ 10% ਤੋਂ ਲੈ ਕੇ ਹੱਦ 20% ਤੱਕ ਸਾਨੂੰ ਕਿਤੇ ਹੈਲਪ ਦੀ ਲੋੜ ਪੈ ਸਕਦੀ ਹੈ। ਸਾਨੂੰ ਨੈਚੁਰੋਪੈਥੀ ਵਾਲੇ ਸਪੈਸ਼ਲਿਸਟ ਦੀ ਲੋੜ ਪਵੇ, ਸਾਨੂੰ ਕਿਸੇ ਹੋਮਿਓਪੈਥੀ ਵਾਲੇ ਦੀ ਰਿਪੋਰਟ ਪਵੇ, ਸਾਨੂੰ ਕਿਸੇ ਐਕੂਪ੍ਰੈਸ਼ਰ ਐਕੂਪੰਕਚਰ ਦੀ ਲੋੜ ਪਵੇ, ਸਾਨੂੰ ਕਿਸੇ ਯੋਗਾ ਟੀਚਰ ਦੀ ਲੋੜ ਪਵੇ, ਸਾਨੂੰ ਕਿਸੇ ਫਿਜ਼ੀਓਥੈਰੇਪਿਸਟ ਦੀ ਲੋੜ ਪਵੇ, ਸਾਨੂੰ ਕੋਈ ਆਯੁਰਵੈਦਿਕ ਡਾਕਟਰ ਦੀ ਲੋੜ ਪਵੇ, ਜਾਂ ਸਾਨੂੰ ਐਲੋਪੈਥੀ ਦੇ ਹਸਪਤਾਲ ਦੀ ਲੋੜ ਪਵੇ, ਜਾਂ ਡਾਕਟਰ ਦੀ ਲੋੜ ਪਵੇ। ਇਹਨਾਂ ਪੈਥੀਆਂ ਸਾਰੀਆਂ ਦਾ ਰਲਾ ਕੇ ਰੋਲ ਕਿੰਨਾ? 10 ਤੋਂ ਲੈ ਕੇ 15%। ਜੇ ਬੰਦਾ ਬਹੁਤ ਹੈਲਦੀ ਹੈ ਤਾਂ 10% ਚਾਂਸ ਨੇ ਕਿ ਉਹਨੂੰ ਇਹਨਾਂ ਪੈਥੀਆਂ ਦੀ ਲੋੜ ਪੈਗੀ। ਤੇ ਜੇ ਬੰਦਾ ਥੋੜਾ ਜਿਹਾ ਬਿਮਾਰ ਹੋ ਚੁੱਕਿਆ ਉਹਨੂੰ 20% ਚਾਂਸ ਨੇ ਕਿ 20% ਉਹਨੂੰ ਹੈਲਪ ਕਰਦੀ। 80% ਜਿਹੜਾ ਉਹ ਲੈ ਕੇ 90% ਚਾਰੇ ਚੀਜ਼ਾਂ ਤੁਹਾਡੇ ਆਪਣੇ ਹੱਥ 'ਚ ਨੇ। ਸੋ ਉਹ ਹਾਰਮੋਨਸ ਵਾਸਤੇ ਵੀ ਉਹੀ ਨੇ, ਉਹ ਹਾਰਮੋਨਸ ਵਾਸਤੇ ਕੋਈ ਅਲੱਗ ਨਹੀਂ ਹੈ, ਥਾਇਰਾਇਡ ਵਾਸਤੇ ਵੀ ਉਹੀ ਨੇ। ਉਹਦੇ ਵਾਸਤੇ ਵੀ ਆਪਾਂ ਜਿਹੜਾ ਵਰਤਾਰਾ ਹੈ ਆਪਾਂ ਇਹ ਸਮਝੀਏ, ਤੇ ਆਪਣੇ ਜਿਹੜੇ ਹਾਰਮੋਨ ਨੇ ਜਦ ਤੱਕ ਠੀਕ ਨਹੀਂ ਹੋਣਗੇ ਤਦ ਤੱਕ ਆਪਾਂ ਤੰਦਰੁਸਤ ਨਹੀਂ ਰਹਿ ਸਕਦੇ। YouTube ਚੈਨਲ ਦਰਬਾਰੇ ਖਾਲਸਾ ਨੂੰ ਲਾਈਕ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਹਾਡਾ ਹੁੰਗਾਰਾ ਸਾਡੀ ਖੁਰਾਕ। ਆਗਿਆ ਦਿਓ। ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।